ਲਾਲ ਕਿਲੇ ਦੀਆਂ ਮਾਏ ਗੱਲਾਂ ਵਿੱਚ ਆਈ ਨਾ, ਝੂਠੇ ਲਾਰਿਆਂ ਤੇ ਐਵੇਂ ਤਾੜੀਆਂ ਵਜਾਈ ਨਾ। ਅੱਜ ਤੋਂ ਆਜ਼ਾਦੀ ਵਾਲਾ ਗੀਤ ਕੋਈ ਗਾਈ ਨਾ, ਤਾਜਾਂ ਵਾਲਿਆਂ ਦਾ ਮਾਏ ਹਾਸਾ ਬਣ ਜਾਈ ਨਾ, ਹਾਸਾ ਬਣ ਜਾਈ ਨਾ। ਰੋ ਰੋ ਕੇ ਲਾਲ ਮੇਰੇ ਮੈਨੂੰ ਸਮਝਾਇਆ ਨੀ। ਵੀ ਅੱਧੇ ਗੀਤ ਤਾਂ ਮੇਰੇ ਜਿਵੇਂ ਰੋਟੀ ਸੜਦੀ ਤਵੇ ਤੇ ਇਦਾਂ ਹੀ ਸੜ ਗਏ, ਵਿਚਾਰੇ ਮੁੜ ਕੇ ਜਿਉਂਦੇ ਨਹੀਂ ਰਹੇ। ਵੀ ਮੇਰੇ ਮਾਂ-ਬਾਪ ਨੂੰ ਵੀ ਇੱਛਾ ਸੀ, ਜਿਵੇਂ ਸਾਰੀ ਦੁਨੀਆ ਨੂੰ ਹੁੰਦੀ ਸੀ, 50 ਸਾਲ ਪਹਿਲਾਂ ਤਾਂ ਪੱਕੀ ਹੁੰਦੀ ਸੀ ਨਾ ਵੀ ਸਾਡੇ ਬੇਟਾ ਜ਼ਰੂਰ ਹੋਵੇ। ਇਸੇ ਕਰਕੇ ਅਸੀਂ 4 ਭੈਣਾਂ ਪਹਿਲਾਂ ਤੇ ਪਿੱਛੋਂ ਮੇਰੇ 2 ਭਰਾ ਹੋਏ ਆ। ਤਾਂ ਫਿਰ ਪਹਿਲੇ ਗੀਤ ਮੇਰੇ ਦਾ ਅੜਿਓ ਸੰਗ ਬਾਬਲ ਨੇ ਕੁੱਟਿਆ, ਸੁੱਤਾ ਜਾਗ ਲਈ ਅੰਗੜਾਈ ਅੱਧ ਵਿਚਾਲਿਓਂ ਟੁੱਟਿਆ। ਚੀਕ ਕਿਸੇ ਨਾ ਸੁਣੀ ਗੀਤ ਦੀ ਕਿਹੜੇ ਖੂੰਜੇ ਦੱਬਿਆ, ਜ਼ਾਰੋ ਜ਼ਾਰ ਰਹੀ ਮੈਂ ਰੋਂਦੀ ਗੀਤ ਫੇਰ ਨਾ ਲੱਭਿਆ, ਗੀਤ ਫੇਰ ਨਾ ਲੱਭਿਆ। ਇਹਦੇ ਨਾਲ ਵੈਸੇ ਮੈਂ ਮਹਿਸੂਸ ਕੀਤਾ ਵੀ ਅੰਦਰ ਲਿਖ ਕੇ ਰਚਨਾ ਰੱਖ ਲੈਣੀ, ਆਪਣੀ ਕਾਪੀ ਵਿੱਚ ਬੰਦ ਕਰ ਲੈਣੀ, ਤਾਂ ਉਹ ਮੁਰਦਾ ਹੀ ਹੁੰਦੀਆਂ ਨੇ। ਵੀ ਸ਼ਬਦ ਜਿਹੜੇ ਨੇ ਉਹ ਕਮਾਏ ਜਾਂਦੇ ਨੇ, ਉਹ ਥਾਲੀ ਵਿੱਚ ਕਦੇ ਵੀ ਪਏ ਨਹੀਂ ਮਿਲਦੇ। ਹਰ ਸ਼ਬਦ ਜਿਹੜਾ ਹੈਗਾ ਉਹ ਬੜਾ ਕੀਮਤੀ ਹੁੰਦਾ, ਪਤਾ ਨਹੀਂ ਉਹਨੇ ਕਿੱਥੇ ਮੋਤੀ ਬਣ ਕੇ ਜੜਿਆ ਜਾਣਾ ਬਾਅਦ ਦੇ ਵਿੱਚ। ਵੀ ਸ਼ਬਦ ਤਾਂ ਸ਼ਬਦ ਹੁੰਦੇ ਹੀ ਨੇ, ਤੇ ਸ਼ਬਦਾਂ ਨੂੰ ਕਿਹੜੇ ਵੇਲੇ ਕਿਸ ਥਾਂ ਤੇ ਕਿਸ ਅਰਥ ਵਿੱਚ ਲਿਆ ਜਾਣਾ। ਸਾਡੇ ਪਿਆਰ ਦਾ ਨਿਰਮਲ ਪਾਣੀ ਸੋਨੇ ਦਾ ਨਾ ਬਣਿਆ ਹਾਣੀ, ਪੁੰਨਿਆਂ ਦੀ ਮੱਸਿਆ ਹੋਈ ਛਮ ਛਮ ਚਾਨਣੀ ਰੋਈ। ਹੀਰੇ ਨੇ ਸ਼ੀਸ਼ਾ ਕੱਟਿਆ ਕੱਟ ਜ਼ੋਰ ਜ਼ੋਰ ਦੀ ਹੱਸਿਆ, ਸ਼ੀਸ਼ੇ ਦੇ ਟੁਕੜੇ ਰੋਏ ਜਦ ਸੱਜਣ ਪਰਾਏ ਹੋਏ। ਗੁਫ਼ਤਗੂ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਕਹਿੰਦੇ ਨੇ ਕਿ ਜੇਕਰ ਅਸੀਂ ਵਧੀਆ ਇਨਸਾਨ ਬਣਨਾ ਹੈ ਤਾਂ ਸਾਹਿਤ ਦੇ ਨਾਲ ਸਾਂਝ ਪਾਉਣੀ ਬਹੁਤ ਹੀ ਜ਼ਰੂਰੀ ਹੈ। ਸਾਹਿਤ ਸਾਡੇ ਤੱਕ ਪੁੱਜਦਾ ਕਰਦੇ ਨੇ ਸਾਹਿਤਕਾਰ। ਸਾਹਿਤਕਾਰਾਂ ਦਾ ਯੋਗਦਾਨ ਸਾਡੇ ਸਮਾਜ ਦੇ ਵਿੱਚ ਸ਼ਬਦਾਂ ਵਿੱਚ ਬਿਆਨ ਕਰਨਾ ਨਾਮੁਮਕਿਨ ਹੈ। ਅੱਜ ਇਸ ਸਾਹਿਤਕਾਰ ਦੇ ਨਾਲ ਰੂਬਰੂ ਹੋ ਰਹੇ ਹਾਂ। ਉਹਨਾਂ ਨੇ ਤਕਰੀਬਨ 35 ਸਾਲ ਅਧਿਆਪਨ ਦੇ ਖੇਤਰ ਵਿੱਚ ਬਿਤਾਏ ਨੇ। 2 ਕਾਵ ਸੰਗ੍ਰਹਿ ਸਾਹਿਤ ਦੀ ਝੋਲੀ ਪਾਈ ਨੇ ਤੇ ਇਹਨਾਂ ਦੇ ਸਾਹਿਤ ਦੇ ਵਿੱਚ ਸਾਡੇ ਸਮਾਜ ਦੀ ਸੱਚੀ ਤਸਵੀਰ ਵੇਖਣ ਨੂੰ ਮਿਲਦੀ ਹੈ। ਮੈਡਮ ਸੁਖਚਰਨਜੀਤ ਗਿੱਲ ਦਾ ਸਵਾਗਤ ਕਰਦੇ ਹਾਂ। ਮੈਡਮ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਰੀਨਾ ਏਕਨੂਰ ਚੈਨਲ ਦੇ ਸਾਰੇ ਜਿਹੜੇ ਦਰਸ਼ਕਾਂ ਨੂੰ ਬਹੁਤ-ਬਹੁਤ ਸਤਿਕਾਰ, ਤੇ ਮੈਨੂੰ ਬੜੀ ਖੁਸ਼ੀ ਹੈ ਵੀ ਤੁਸੀਂ ਮੈਨੂੰ ਅੱਜ ਦਰਸ਼ਕਾਂ ਦੇ ਰੂਬਰੂ ਹੋਣ ਦਾ ਟਾਈਮ ਦਿੱਤਾ। ਮੈਡਮ, ਸਭ ਤੋਂ ਪਹਿਲਾਂ ਇਹੀ ਸਵਾਲ ਕਿ ਸਾਹਿਤ ਦੇ ਵੱਲ ਤੁਹਾਡਾ ਝੁਕਾਵ ਕਿਵੇਂ ਹੋਇਆ? ਹਾਂਜੀ, ਇਹ ਸਾਹਿਤ ਦੇ ਬਾਰੇ ਦੇਖੋ ਜੀ, ਮੇਰਾ ਇੱਕ ਪਰਿਵਾਰਕ ਮਾਹੌਲ, ਮੇਰੇ ਮਦਰ ਵੀ ਅਧਿਆਪਕ ਸੀ ਤੇ ਪਿਤਾ ਜੀ ਮੇਰੇ ਮਿਲਟਰੀ ਆਫੀਸਰ ਸੀਗੇ, ਤੇ ਉਹਨਾਂ ਨੂੰ ਦੋਨਾਂ ਨੂੰ ਹੀ ਸੋਹਣੇ ਗੀਤ ਸੁਣਨ ਦਾ ਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਤੇ ਮੇਰੇ ਮੰਮੀ ਜਿਹੜੇ ਖੁਦ ਨਾ ਜਦੋਂ ਉਹ ਨਹੀਂ ਕਰ ਸਕੇ, ਗਿਆਨੀ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ, ਕਿਉਂਕਿ ਉਸ ਵੇਲੇ 1947 ਵਾਲੇ ਰਾਈਟਸ ਹੋ ਗਏ ਤੇ ਉਹਨਾਂ ਦਾ ਜਿਹੜਾ ਸੈਂਟਰ ਸੀਗਾ ਐਗਜ਼ਾਮ ਵਾਲਾ, ਉੱਥੇ ਅੱਗਾਂ ਉੱਗਾਂ ਲੱਗ ਗਈਆਂ ਤੇ ਵਿੱਚੋਂ ਛੱਡ ਕੇ ਆ ਗਏ। ਉਹ ਆਪਣੀਆਂ ਉਹੀ ਕਿਤਾਬਾਂ ਆਪਣੇ ਵਿਆਹ ਤੋਂ ਬਾਅਦ ਨਾਲ ਹੀ ਲੈ ਆਏ। ਉਹ ਕਿਤਾਬਾਂ ਸਾਡੇ ਘਰ ਦੀ ਇਸ ਤਰ੍ਹਾਂ ਨਾ ਕੱਚੀ, ਉਹਨੂੰ ਟਾਂਡ ਕਹਿੰਦੇ ਹੁੰਦੇ ਸੀ ਅਸੀਂ, ਸੈਲਫ ਬਣੀ ਜਿਹੜੀ, ਉਹਦੇ ਤੇ ਚਿੜੀਆਂ ਹੁੰਦੀਆਂ ਸੀਗੀਆਂ। ਉਹ ਕਿਤਾਬਾਂ ਮੈਨੂੰ ਹਲੇ ਤੱਕ ਮਤਲਬ ਯਾਦ ਨੇ। ਮੈਂ ਉਦੋਂ ਉਸ ਵੇਲੇ ਮੈਂ 8ਵੀਂ ਜਮਾਤ ਜਾਂ 7ਵੀਂ ਜਮਾਤ 'ਚ ਪੜ੍ਹਦੀ ਸੀ, ਤਾਂ ਉਹ ਚਿਹਰੇ ਪੰਜਾਬੀ ਲੇਖ ਤੇ ਸੋਹਣ ਸਿੰਘ ਸੀਤਲ ਜੀ ਦੀ ਸਿੱਖ ਰਾਜ ਬਦਲ ਗਿਆ, ਸੁਨੇਹੜੇ
ਤੇ ਜੇ ਹੈਗੇ ਆਪਣੇ ਮੋਹਨ ਸਿੰਘ ਜੀ ਦੀਆਂ ਸਾਰੀਆਂ ਕਾਵਿ ਰਚਨਾਵਾਂ ਜੰਦਰੇ, ਉਹ ਸਾਡੇ ਘਰ ਸੀ। ਤੇ ਹਰਚਰਨ ਸਿੰਘ ਜੀ ਦਾ ਜਿਹੜੇ ਨਾਟਕ ਸੀ ਉਹ ਵੀ ਬੇਘਰੇ ਤੇ ਹੋਰ ਕਾਂਗੀ, ਉਹ ਉੱਥੇ ਪਏ ਹੁੰਦੇ ਸੀ ਤਾਂ ਉਹਨਾਂ ਨੂੰ ਮੈਂ ਚੱਕ ਕੇ ਪੜ੍ਹਨ ਲੱਗ ਜਾਣਾ ਤੇ ਉਹ ਇੰਟਰਸਟ ਕ੍ਰੀਏਟ ਹੋ ਜਾਣਾ। ਤੇ ਮੰਮੀ ਨੇ ਵੀ ਮਤਲਬ ਟਾਈਮ ਟੂ ਟਾਈਮ ਜਦੋਂ ਪੜ੍ਹਾਉਂਦੇ ਵੇਲੇ ਦੱਸਦੇ ਰਹਿਣਾ ਵੀ ਆਹ ਚੀਜ਼ ਆ ਜਿਹੜੀ ਕਹਾਣੀ ਕੋਈ ਸੁਣਾ ਦੇਣੀ ਜਾਂ ਕਿਵੇਂ ਕਰਨੀ। ਕੁਦਰਤੀ ਆ ਵੀ ਉਹ ਗੁਣਗੁਣਾਉਂਦੇ ਸੀ ਗੀਤ ਵੀ ਕੋਈ, ਤੇ ਉਹ ਟੀਚਰ ਵੀ ਸੀਗੇ ਤੇ ਉਹ ਬੁੱਕਸ ਅੱਛੀਆਂ ਪੜ੍ਹਨ ਨੂੰ ਸਾਨੂੰ ਘਰੇ ਲਿਆ ਕੇ ਦਿੰਦੇ ਹੁੰਦੇ ਸੀਗੇ। ਬਾਲ ਸੰਦੇਸ਼ ਤੇ ਇੱਕ ਸੋਵੀਅਤ ਦੇਸ਼ ਵੀ ਉਸ ਵੇਲੇ ਹੁੰਦਾ ਸੀਗਾ, ਫੌਜੀਆਂ ਵੱਲੋਂ ਰਸਾਲਾ ਲੱਗਿਆ ਹੋਇਆ, ਉਹ ਸਾਡੇ ਘਰ ਰੈਗੂਲਰ ਆਉਣਾ। ਤੇ ਮੰਮੀ ਨੇ ਸਾਨੂੰ, ਮੇਰੀ ਵੱਡੀ ਸਿਸਟਰ ਨੂੰ ਤੇ ਮੈਨੂੰ, ਉਹਨਾਂ ਨੇ ਟਾਈਮ ਟੂ ਟਾਈਮ ਜਦੋਂ ਵੀ ਕੋਈ ਸਕੂਲ ਦਾ ਫੰਕਸ਼ਨ ਹੋਣਾ ਤਾਂ ਸਾਨੂੰ ਗੀਤ ਜਾਂ ਕੋਈ ਭਾਸ਼ਣ ਵਗੈਰਾ ਤਿਆਰ ਕਰਾਉਣੇ ਤੇ ਸਟੇਜ ਤੇ ਬੋਲਣ ਵਾਸਤੇ ਤਿਆਰ ਕਰਨਾ। ਯਾਨੀ ਕਿ ਘਰ ਦਾ ਮਾਹੌਲ ਇਦਾਂ ਦਾ ਸੀ ਕਿ ਤੁਹਾਡਾ ਜਿਹੜਾ ਝੁਕਾਵ ਹੈ ਸਾਹਿਤ ਵਾਲੇ ਪਾਸੇ ਹੋ ਗਿਆ। ਕੋਈ ਯਾਦ ਤੁਸੀਂ ਸਾਂਝੀ ਕਰੋਗੇ ਆਪਣੇ ਮਾਤਾ ਜੀ ਦੇ ਨਾਲ, ਜਿਹੜੀ ਕਿ ਸਾਹਿਤ ਦੇ ਖੇਤਰ ਦੇ ਨਾਲ ਵੀ ਜੁੜੀ ਹੋਵੇ, ਸਾਹਿਤ ਨੂੰ ਲੈ ਕੇ ਹੋਵੇ, ਕਿਉਂਕਿ ਮਾਤਾ ਜੀ ਤੋਂ ਹੀ ਪ੍ਰੇਰਨਾ ਲਈ ਹੈ ਤੁਸੀਂ ਸਾਹਿਤ ਨੂੰ ਪੜ੍ਹਨ ਦੀ? ਕੋਈ ਯਾਦ ਸਾਂਝੀ ਕਰੋ। ਬਿਲਕੁਲ ਜੀ। ਇੱਕ ਤਾਂ ਨਾ ਸਾਡੇ ਪਿੰਡਾਂ ਦੇ ਵਿੱਚ ਨਗਰ ਕੀਰਤਨ ਹੋਇਆ ਕਰਦੇ ਨੇ, ਹੈ ਨਾ, ਤੇ ਮੰਮੀ ਨੂੰ ਮੇਰੇ ਨੂੰ ਹੁੰਦਾ ਸੀ ਸ਼ੌਕ ਵੀ ਨਗਰ ਕੀਰਤਨ ਤੇ ਵੀ ਤੇ ਗੁਰਦੁਆਰੇ ਦੇ ਵਿੱਚ ਵੀ ਸੋਹਣੀ ਗੁਰੂਆਂ ਬਾਰੇ ਕੋਈ ਗੀਤ ਸੁਣਾਉਣ। ਤਾਂ ਉਹਨਾਂ ਨੂੰ ਕੁਛ ਨਾ ਕੁਛ ਤਾਂ ਪਹਿਲਾਂ ਸੁਣਿਆ ਹੋਇਆ ਕੁਛ ਯਾਦ ਹੋਵੇ, ਕਿਤੋਂ ਪੜ੍ਹਿਆ ਹੋਵੇ, ਤਾਂ ਉਹ ਕੀ ਕਰਦੇ ਹੁੰਦੇ ਸੀਗੇ, ਉਹਨੂੰ ਰਚਨਾ ਨੂੰ ਪੂਰੀ ਕਰ ਦਿੰਦੇ ਸੀ। ਤਾਂ ਮੈਨੂੰ ਯਾਦ ਆ ਵੀ ਸਾਨੂੰ ਗੁਰਦੁਆਰੇ ਵਾਸਤੇ ਸਾਰੀਆਂ ਭੈਣਾਂ ਨੂੰ ਸਿਰ ਤੇ ਰੀਵਨ ਕਰਕੇ ਨਾ ਤਿਆਰ ਕੀਤਾ, ਸਿਰ ਵਾਹ ਕੇ, ਤੇ ਮੈਨੂੰ ਕਿਹਾ ਵੀ ਤੂੰ ਆਹ ਕਵਿਤਾ ਇੱਦਾਂ ਬੋਲਣੀ ਆ। ਤੇ ਉਹਨਾਂ ਨੇ ਮੈਨੂੰ ਫਿਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਇੱਕ ਲਿਖ ਕੇ ਦਿੱਤੀ, ਚੱਲੀ ਚੱਲੀ ਜੀ ਸੰਗਤ ਸਭ ਚੱਲੀ ਜੀ, ਚੱਲੀ ਨਾਨਕ ਦੇ ਦਰਬਾਰ ਜਲਦੀ ਹੋ ਕੇ ਜੀ ਤਿਆਰ, ਮੈਂ ਵੀ ਜਾਵਾਂ ਕਿਤੇ ਰਹਿ ਨਾ ਜਾਵਾਂ ਇਕੱਲੀ ਜੀ। ਉਹ ਜਿੱਦਾਂ ਮੇਰੀ ਮੰਮੀ ਨੇ ਗਾਇਆ, ਮੈਨੂੰ ਸਿਖਾਇਆ, ਉਹ ਮੈਨੂੰ ਅੱਜ ਤੱਕ ਉਸੇ ਤਰ੍ਹਾਂ ਹੀ ਯਾਦ ਆ। ਤੇ ਵੀ ਮੈਨੂੰ ਮੰਮੀ ਨੇ ਕਿੰਨੀ ਘੰਟਾ ਪਹਿਲਾਂ ਜਾਣ ਤੋਂ ਲਿਖ ਕੇ ਵੀ ਦਿੱਤਾ ਤੇ ਤਿਆਰ ਕਰਾਇਆ। ਹਾਂਜੀ ਮੈਡਮ, ਇੱਕ ਸਵਾਲ ਕਿ ਅਕਸਰ ਹੀ ਜਦੋਂ ਕੋਈ ਰਚਨਾ ਦਾ ਜਨਮ ਹੁੰਦਾ ਹੈ, ਉਸ ਦੇ ਪਿੱਛੇ ਕਾਰਨ ਹੁੰਦਾ ਹੈ, ਭਾਵਨਾਵਾਂ ਹੁੰਦੀਆਂ ਨੇ, ਜਜ਼ਬਾਤ ਹੁੰਦੇ ਨੇ। ਕਹਿੰਦੇ ਨੇ ਕਿ ਜਦੋਂ ਕਿਸੇ ਦੇ ਮਨ ਦੇ ਵਿੱਚ ਭਾਵਨਾਵਾਂ ਦਾ ਜਵਾਰ ਭਾਟਾ ਉੱਠਦਾ ਹੈ ਤਾਂ ਇੱਕ ਰਚਨਾ ਦਾ ਜਨਮ ਹੋ ਜਾਂਦਾ ਹੈ। ਤੁਸੀਂ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਹੈ, 2 ਕਾਵਿ ਸੰਗ੍ਰਹਿ ਵੀ ਤੁਹਾਡੇ ਪ੍ਰਕਾਸ਼ਿਤ ਹੋ ਚੁੱਕੇ ਨੇ। ਤੁਹਾਡੇ ਕਾਵਿ ਸੰਗ੍ਰਹਿਾਂ ਦੀ ਅਸੀਂ ਗੱਲ ਕਰਦੇ ਹਾਂ, ਪਹਿਲੇ ਕਾਵਿ ਸੰਗ੍ਰਹਿ ਦੀ ਬਾਅਦ ਵਿੱਚ ਗੱਲ ਕਰਦੇ ਹਾਂ, ਜਿਹੜਾ ਹੁਣੇ ਨਵਾਂ ਕਾਵਿ ਸੰਗ੍ਰਹਿ, ਤੁਸੀਂ ਉਸ ਦੇ ਬਾਰੇ ਪਹਿਲਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ। ਨਾਲ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਉਸ ਕਾਵਿ ਸੰਗ੍ਰਹਿ ਵਿੱਚ ਤੁਸੀਂ ਦੱਬੇ ਕੁਚਲੇ ਵਰਗ ਦੀ ਗੱਲ ਕੀਤੀ ਹੈ, ਕਿ ਵਾਕਈ ਹੀ ਕੋਈ ਅਜਿਹਾ ਕੋਈ ਕਿੱਸਾ ਹੋਇਆ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ, ਜਾਂ ਤੁਸੀਂ ਉਹਨਾਂ ਦੇ ਨਾਲ ਨੇੜੇ ਤੋਂ ਤੱਕਿਆ ਹੈ ਉਹਨਾਂ ਦੀ ਜ਼ਿੰਦਗੀ ਨੂੰ, ਕਿ ਤੁਸੀਂ ਇੰਨੀ ਬਾਖੂਬੀ ਢੰਗ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ, ਉਹਨਾਂ ਦੇ ਜਜ਼ਬਾਤਾਂ ਨੂੰ ਸ਼ਬਦਾਂ ਵਿੱਚ ਪਿਰੋ ਕੇ ਬਿਆਨ ਕੀਤਾ ਹੈ? ਹਾਂਜੀ ਮੈਮ, ਇਹ ਸਵਾਲ ਜਿਹੜਾ ਹੈ ਬਿਲਕੁਲ ਆਪਣਾ ਗਰਾਊਂਡ ਦੇ ਨਾਲ ਜੁੜਿਆ ਹੋਇਆ ਜੀ। ਇਹ ਮਤਲਬ ਜਿਹੜੀ ਮੈਂ ਸਪੈਸ਼ਲ ਘਟਨਾ ਨਹੀਂ ਕੋਈ ਕਹਿ ਸਕਦੀ, ਪਰ ਤੁਸੀਂ ਜਿਹੜੀ ਲਾਈਫ ਗੁਜ਼ਾਰਦੇ ਹੋ, ਤੁਹਾਡੀ ਘਰ ਪਰਿਵਾਰ ਦੇ ਵਿੱਚ ਕਿੱਦਾਂ ਹੈਗੇ ਨੇ, ਜਿਹੜੇ ਰਿਲੇਸ਼ਨਸ ਕਿਵੇਂ ਨੇ, ਦੋਸਤੀ ਕਿਵੇਂ ਚੱਲਦੀ ਆ, ਤੇ ਤੁਹਾਡਾ এনवायरमेंट ਕੀ ਆ, ਤੇ ਸਕੂਲ ਦੇ ਵਿੱਚ ਤੁਸੀਂ ਕਿਵੇਂ ਵਿਚਰਦੇ ਹੋ ਛੋਟੇ ਹੁੰਦਿਆਂ ਤੋਂ ਹੀ। ਅਸੀਂ ਘਰ ਦੇ ਜਿਹੜੇ ਪਹਿਲਾਂ, ਅੱਜ ਕੱਲ੍ਹ ਜ਼ਮਾਨਾ ਹੋ ਗਿਆ ਥੋੜ੍ਹੇ ਜਿਹੇ ਬੱਚੇ ਆਪਣੇ ਆਪਣੇ ਸ਼ੌਕ ਦੇ ਵਿੱਚ ਬਿਜ਼ੀ ਰਹਿੰਦੇ ਨੇ, ਉਸ ਵੇਲੇ ਬੱਚੇ ਮਾਂ-ਬਾਪ ਦੇ ਨਾਲ ਨਾਲ ਚੱਲਦੇ ਸੀ ਤੇ ਘਰ ਦੇ ਹਰ ਦੁੱਖ ਸੁੱਖ ਦਾ ਸਾਨੂੰ ਬਾਈ ਮਾਈਂਡ ਪਤਾ ਹੁੰਦਾ ਸੀ ਵੀ ਸਾਡੇ ਘਰੇ ਅਸੀਂ ਇਕਨੋਮਿਕ ਕੰਡੀਸ਼ਨ 'ਚ ਕੀ ਚੀਜ਼ ਖਰੀਦ ਸਕਦੇ ਹਾਂ, ਕੀ ਨਹੀਂ ਖਰੀਦ ਸਕਦੇ, ਕਿਹੜੀ ਇੱਛਾ ਅਸੀਂ ਕਹਿਣੀ ਆ ਵੀ ਮਾਂ-ਬਾਪ ਨੂੰ ਪੂਰੀ ਕਰ ਦਿਓ, ਕਿਹੜੀ ਨਹੀਂ ਕਹਿਣੀ, ਹੈ ਨਾ। ਇੱਦਾਂ ਦੀਆਂ ਸੀ ਮਤਲਬ ਜਿਹੜਾ ਮੇਰਾ ਬਚਪਨ ਸੀ, ਜਿਹੜਾ ਉਹ ਮੇਰੇ ਮਦਰ ਫਾਦਰ ਬੇਸ਼ੱਕ ਦੋਨੋਂ ਚੰਗੀ ਮਤਲਬ ਪੋਸਟ 'ਤੇ ਸੀ, ਮਾਂ ਅਧਿਆਪਕ ਸੀ ਤੇ ਪਿਤਾ ਜੀ ਮਿਲਟਰੀ ਆਫੀਸਰ ਸੀ, ਪਰ ਅਸੀਂ 6 ਭੈਣ ਭਰਾ ਸੀ ਤੇ ਅਸੀਂ ਉਹ ਖੁੱਲ੍ਹਾ ਨਹੀਂ ਵੇਖੀਆਂ ਇਕਨੋਮਿਕਲੀ ਜੋ ਜਿਹੜੀਆਂ ਅਸੀਂ ਮਾਣ ਸਕਦੇ ਹੋਈਏ। ਮਤਲਬ ਤੰਗੀ ਦੇ ਨਾਲ ਜਿਹੜਾ ਹੈਗਾ ਸੀਗਾ ਗੁਜ਼ਾਰਾ ਘਰ ਦਾ ਚੱਲਦਾ ਸੀਗਾ, ਤੇ ਮੇਰੀਆਂ ਭੂਆ ਜੀ ਵੀ 4 ਸੀ ਫੈਮਿਲੀ ਦੇ ਵਿੱਚ, ਹੈ ਨਾ। ਉਸ ਤਰੀਕੇ ਨਾਲ ਮਤਲਬ ਜਿਹੜਾ ਪ੍ਰੋਬਲਮਸ ਇਕਨੋਮਿਕਲੀ ਆਉਣੀ ਜਾਂ ਕਬੀਲਦਾਰੀ ਵਾਲੀ ਕੋਈ ਆਉਣੀ, ਕੁੜੀਆਂ ਜ਼ਿਆਦਾ ਘਰ ਵਿੱਚ ਹੋਣ ਕਰਕੇ ਜੋ ਸੋਚ ਮੈਂ ਸੋਚਦੀ ਸੀ, ਦੇਖਦੀ ਸੀ ਉਹਨਾਂ ਵੇਲਿਆਂ 'ਚ, ਉਹ ਮਨ ਦੇ ਵਿੱਚ ਨਾ ਵਿਚਾਰ ਡਿਵੈਲਪ ਹੁੰਦੇ ਰਹਿੰਦੇ ਨੇ। ਤੇ ਜਦੋਂ ਤੁਸੀਂ ਪਾਰਟੀਕੂਲਰਲੀ ਫਿਰ ਕੋਈ ਦੇਖਦੇ ਹੋ ਗੁਆਂਢ 'ਚ ਹੋਰ ਇੱਧਰ ਉੱਧਰ
ਵਿਤਕਰਾ ਹੁੰਦਾ, ਜਿਵੇਂ ਕੁੜੀਆਂ ਨਾਲ ਪੈਦਾ ਹੋਣ ਤੋਂ ਹੀ ਹੋ ਗਿਆ, ਕਿਸੇ ਦੇ ਵਿਆਹ ਵੇਲੇ ਹੋ ਗਿਆ, ਕਿਸੇ ਦੀ ਕੋਈ ਛੋਟੀ ਜਿਹੀ ਗਲਤੀ ਤੇ ਉਹਨੂੰ ਬਹੁਤ ਵੱਡੀ ਸਜ਼ਾ ਦਿੱਤੀ ਗਈ। ਇੱਦਾਂ ਦੀਆਂ ਗੱਲਾਂ ਫਿਰ ਜਿਵੇਂ ਮੈਂ ਬਚਪਨ 'ਚ ਵੱਡੀ ਹੁੰਦੀ ਗਈ ਦੇਖਦੀ ਸੀ ਤਾਂ ਉਹ ਮੈਨੂੰ ਅੰਦਰੋਂ ਜਿਹੜੀਆਂ ਸੀ ਨਾ ਉਹ ਟੁੰਬਦੀਆਂ ਸੀ। ਤੇ ਮੈਨੂੰ ਫਿਰ ਉਹ ਇਹ ਤਾਂ ਹੈ ਨਹੀਂ ਜਿਹੜੀ ਹੈਗੀ ਨਾ ਵੀ ਕਵਿਤਾ ਤੁਸੀਂ ਜਦੋਂ ਕੋਈ ਦੇਖੋਗੇ ਉਸੇ ਵੇਲੇ ਤੁਸੀਂ ਲਿਖਣ ਬੈਠ ਜਾਓਗੇ। ਇਹ ਮੇਰੇ ਵਿੱਚ ਵੈਸੇ ਵੀ ਗੁਣ ਹੈ ਨਹੀਂਗਾ ਵੀ ਜੇ ਮੈਨੂੰ ਕੋਈ ਕਵੇ ਨਾ ਵੀ ਹੁਣ ਤੁਸੀਂ ਇਹ ਕਵਿਤਾ ਲਿਖ ਦਿਓ ਤਾਂ ਉਸ ਵੇਲੇ ਨਹੀਂ। ਤੇ ਤੁਹਾਡੀ ਸਟੇਟ ਆਫ ਮਾਈਂਡ ਹੀ ਇਦਾਂ ਦੀ ਬਣ ਜਾਂਦੀ ਆ ਵੀ ਤੁਸੀਂ ਦੁੱਖ ਦਰਦ ਜਾਂ ਸਮੱਸਿਆਵਾਂ ਵਿਚਰਦੇ ਕਰਦੇ ਸਮਾਜ ਦੇ ਵਿੱਚੋਂ ਕੈਚ ਕਰਦੇ ਹੋ, ਉਹ ਤੁਹਾਨੂੰ ਪਰੇਸ਼ਾਨ ਕਰਦੀਆਂ ਨੇ। ਤੇ ਤਾਂ ਤੁਹਾਡਾ ਜਿਹੜਾ ਹੈਗਾ ਅੰਦਰਲਾ ਤੁਹਾਡਾ ਅੰਤਰਮਨ ਉਹਦੇ ਵਿੱਚ ਉਹ ਗੱਲ, ਜਿਵੇਂ ਮੈਂ ਸਿੱਧੀ ਭਾਸ਼ਾ 'ਚ ਕਹਾਂ, ਇੱਕ ਰਿੜਕੀ ਜਾਂਦੀ ਆ। ਤੁਸੀਂ ਬਾਰ-ਬਾਰ ਉਹਦੇ ਜਿਹੜੇ ਹੈਗਾ ਸੰਮੁਖ ਹੁੰਦੇ ਹੋ ਵੀ ਆਹ ਚੀਜ਼ ਹੋਣੀ ਚਾਹੀਦੀ ਆ, ਨਹੀਂ ਹੋਣੀ ਚਾਹੀਦੀ, ਇਹ ਹੁੰਦਾ। ਤੇ ਜਦੋਂ ਜਿਹੜੀ ਜ਼ਿਆਦਾ ਮੇਰੀ, ਕਿਉਂਕਿ ਪੋਇਟਰੀ ਮੈਂ ਵੱਧ ਲਿਖ ਸਕੀ ਹਾਂ, ਵੈਸੇ ਕਹਾਣੀਆਂ ਵੀ ਮੈਂ ਲਿਖੀਆਂ ਨੇ ਜਿਹੜੀਆਂ ਹਲੇ ਪ੍ਰਕਾਸ਼ਿਤ ਨਹੀਂ ਕੀਤੀਆਂ। ਤੇ ਇਹਦਾ ਇਹ ਆ ਵੀ ਪਤਾ ਨਹੀਂ ਲੱਗਦਾ ਕਦੋਂ ਤੁਹਾਡੀ ਕਿਵੇਂ ਹੁੰਦੀ ਆ ਜਿਹੜੀ ਸਟੇਟ ਆਫ ਮਾਈਂਡ। ਉਹ ਜਿਹੜੇ ਰਚਨਾ ਵਾਲੇ ਪਲ ਨੇ, ਖਾਸ ਕਰਕੇ ਗੀਤ ਜਾਂ ਕੋਈ ਪੋਇਮ, ਉਹਦੀਆਂ ਖਾਸ ਕੁਛ ਲਾਈਨਾਂ ਫਲੈਸ਼ ਕਰਦੀਆਂ ਤੁਹਾਡੇ ਦਿਮਾਗ ਦੇ ਵਿੱਚ ਉਸ ਮੁਤਾਬਕ, ਉਸ ਸਮੱਸਿਆ ਮੁਤਾਬਕ। ਤੇ ਉਹ ਹੁਣ ਮੈਂ ਵਰਕਿੰਗ ਵੂਮਨਸ ਵੀ ਸੀਗੀ, ਨੌਕਰੀ ਵੀ ਕਰਦੀ ਸੀ ਤੇ ਘਰ ਵੀ ਸੰਭਾਲਣਾ ਸੀਗਾ। ਉਸੇ ਵੇਲੇ ਪੂਰੀ ਕਰ ਲੈਣਾ ਬਹੁਤ ਘੱਟ ਮੇਰੇ ਹਿੱਸੇ ਆਇਆ ਵੀ ਮੈਂ ਜਦੋਂ ਮੇਰੇ ਮਨ 'ਚ ਆਵੇ ਮੈਂ ਆਪਣੇ ਕਮਰੇ 'ਚ ਬੈਠ ਜਾਵਾਂ ਤੇ ਉਹ ਰਚਨਾ ਲਿਖ ਦੇਵਾਂ। ਤਾਂ ਉਹਦਾ ਕੁਛ ਹਿੱਸਾ ਮੈਂ ਆਪਣੇ ਰਸੋਈ ਦੇ ਦਰਾਜ ਵਿੱਚ ਕਾਗਜ਼ ਪੱਤਰ ਰੱਖ ਲੈਣੇ, ਮਾੜਾ ਮੋਟਾ ਕਾਪੀ ਰੱਖ ਲੈਣੀ, ਉਹ ਮੈਂ ਨੋਟ ਕਰ ਲੈਣਾ। ਤੇ ਪਰ ਮੈਂ ਬਾਈ ਮਾਈਂਡ ਉਹਨਾਂ ਚੀਜ਼ਾਂ ਨਾਲ ਤੁਰੀ ਫਿਰਦੀ ਰਹਿੰਦੀ ਸੀ। ਤੇ ਫਿਰ ਉਹ ਰਚਨਾ ਮਤਲਬ ਕਈ ਵਾਰੀ ਜਦੋਂ ਮੈਨੂੰ ਮਿਲਣਾ ਟਾਈਮ ਇਕਾਂਤ ਮਿਲਣਾ ਤਾਂ ਉਹ ਪੂਰੀ ਹੋ ਜਾਂਦੀ ਸੀਗੀ। ਤੇ ਇਸ ਤਰ੍ਹਾਂ ਬਹੁਤ ਗੀਤ ਨੇ ਜਿਹੜੇ ਉਹ ਆਪਣਾ ਸਰੂਪ ਪੂਰਾ ਗ੍ਰਹਿਣ ਕਰ ਪਾਏ ਤੇ ਬਹੁਤ ਹੀ ਅਧੂਰੇ ਰਹਿ ਗਏ। ਹਾਂ, ਉਹਨਾਂ ਨੂੰ ਮੈਂ ਕਈ ਵਾਰੀ ਕਹਿੰਦੀ ਹੁੰਦੀ ਹਾਂ ਵੀ ਅੱਧੇ ਗੀਤ ਤਾਂ ਮੇਰੇ ਜਿਵੇਂ ਰੋਟੀ ਸੜਦੀ ਤਵੇ ਤੇ ਇਦਾਂ ਹੀ ਸੜ ਗਏ, ਵਿਚਾਰੇ ਮੁੜ ਕੇ ਜਿਉਂਦੇ ਨਹੀਂ ਰਹੇ। ਮੈਡਮ, ਦੀਵਾ ਜਗਦਾ ਰਿਹਾ, ਇਹ ਤੁਹਾਡੀ ਜਿਹੜਾ ਕਾਵ ਸੰਗ੍ਰਹਿ ਹੈ ਜਿਹੜਾ ਹਾਲ ਹੀ 'ਚ ਪ੍ਰਕਾਸ਼ਿਤ ਹੋਇਆ ਹੈ, ਇਸ ਦੇ ਵਿੱਚ ਕੋਈ ਇੱਕ ਕਵਿਤਾ, ਕੋਈ ਨਜ਼ਮ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜੋ ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ। ਇਹ ਹੈ ਗੀਤ ਲਿਖਦੀ ਓ ਕੁੜੀਓ। ਇਹ ਮੈਂ ਵੈਸੇ ਜਿੱਥੇ ਵੀ ਸੁਣਾਉਂਦੀ ਹਾਂ ਬਹੁਤ ਪਸੰਦ ਕੀਤਾ ਜਾਂਦਾ ਸਾਰਿਆਂ ਨੂੰ। ਤੇ ਉਹਦੇ 2 ਸਟੈਂਜੇ ਮੈਂ ਤੁਹਾਨੂੰ ਸੁਣਾਉਣ ਲੱਗੀ ਹਾਂ, ਉਸ ਤੋਂ ਉਹਦੀ ਤੁਹਾਨੂੰ ਤਸਵੀਰ ਦਾ ਪਤਾ ਲੱਗ ਜਾਊਗਾ ਹੈ ਨਾ ਕਿੱਦਾਂ ਦਾ ਹੈ। ਗੀਤ ਲਿਖਦੀ ਓ ਕੁੜੀਓ ਤੁਹਾਨੂੰ ਵਾਰ-ਵਾਰ ਸਮਝਾਵਾਂ, ਨੀ ਛੇਤੀ ਕੀਤੇ ਕਦੇ ਨਾ ਦੱਸਿਓ ਗੀਤਾਂ ਦਾ ਸਿਰਨਾਵਾਂ। ਔਖੀ ਹੋ ਗਈ ਦਰਦ ਕਹਾਣੀ ਮੈਨੂੰ ਹੋਰ ਲੁਕਾਉਣੀ, ਸੁਣੋ ਸੁਣਾਵਾਂ ਅੜਿਓ ਆਪਣੇ ਗੀਤਾਂ ਦੀ ਅਣਹੋਣੀ। ਪਹਿਲੇ ਗੀਤ ਮੇਰੇ ਦਾ ਅੜਿਓ, ਪਹਿਲੇ ਗੀਤ ਮੇਰੇ ਦਾ ਅੜਿਓ ਸੰਗ ਬਾਬਲ ਨੇ ਕੁੱਟਿਆ, ਸੁੱਤਾ ਜਾਗ ਲਈ ਅੰਗੜਾਈ ਅੱਧ ਵਿਚਾਲਿਓਂ ਟੁੱਟਿਆ। ਚੀਕ ਕਿਸੇ ਨਾ ਸੁਣੀ ਗੀਤ ਦੀ ਕਿਹੜੇ ਖੂੰਜੇ ਦੱਬਿਆ, ਜ਼ਾਰੋ ਜ਼ਾਰ ਰਹੀ ਮੈਂ ਰੋਂਦੀ ਗੀਤ ਫੇਰ ਨਾ ਲੱਭਿਆ, ਗੀਤ ਫੇਰ ਨਾ ਲੱਭਿਆ। ਬਹੁਤ ਖੂਬ। ਤੁਸੀਂ ਬਹੁਤ ਘੱਟ ਸ਼ਬਦਾਂ ਦੇ ਵਿੱਚ ਔਰਤ ਦੀ ਜੋ ਇੱਕ ਸਥਿਤੀ ਹੁੰਦੀ ਹੈ ਕਈ ਘਰਾਂ ਦੇ ਵਿੱਚ, ਉਸ ਨੂੰ ਬਾਖੂਬੀ ਬਿਆਨ ਕੀਤਾ ਹੈ। ਕਾਬਿਲੇ ਤਾਰੀਫ ਹੈ, ਸਲਾਮ ਬਣਦਾ ਹੈ ਤੁਹਾਡੀ ਕਲਮ ਨੂੰ, ਤੁਹਾਡੇ ਜਜ਼ਬਾਤਾਂ ਨੂੰ। ਮੈਡਮ, ਤੁਸੀਂ ਇੱਕ ਗੀਤ ਸੁਣਾਇਆ, ਤੁਸੀਂ ਕਿਹਾ ਕਿ ਤੁਹਾਡੇ ਵੀ ਘਰ ਦੇ ਵਿੱਚ ਭੂਆ ਵੀ 4 ਹੁੰਦੀਆਂ ਸੀ ਅਤੇ ਤੁਸੀਂ ਵੀ 6 ਭੈਣ ਭਰਾ ਹੁੰਦੇ ਸੀ। ਕਦੀ ਤੁਹਾਨੂੰ ਮਹਿਸੂਸ ਹੋਇਆ ਜ਼ਿੰਦਗੀ ਦੇ ਕਿਸੇ ਵੀ ਪੜਾਅ ਵਿੱਚ, ਤੁਸੀਂ ਨੌਕਰੀ ਵੀ ਕੀਤੀ ਹੈ, 34-35 ਸਾਲ ਤੁਸੀਂ ਅਧਿਆਪਨ ਦੇ ਖੇਤਰ ਵਿੱਚ ਲਗਾਏ ਨੇ, ਤੁਸੀਂ ਘਰ ਵੀ ਰਹੇ, ਬਾਹਰ ਵੀ ਰਹੇ, ਕੀ ਇਸ ਪੂਰੇ ਵਕਫੇ ਦੇ ਦੌਰਾਨ ਤੁਹਾਨੂੰ ਕਦੀ ਮਹਿਸੂਸ ਹੋਇਆ ਪਰਸਨਲ ਵਿਅਕਤੀਗਤ ਤੌਰ 'ਤੇ ਕਿ ਵੀ ਤੁਹਾਡੇ ਨਾਲ ਵੀ ਕਦੀ ਨਾ ਕਦੀ ਲਿੰਗ ਦੇ ਆਧਾਰ 'ਤੇ ਅਸਮਾਨਤਾ ਹੋਈ ਹੈ? ਇਹਦੇ ਵਿੱਚ ਇਹ ਆ ਵੀ ਜੇ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਗੱਲ ਕਹਾਂ ਤਾਂ ਇਹ ਤਾਂ ਸੱਚ ਆ
ਵੀ ਮੇਰੇ ਮਾਂ-ਬਾਪ ਨੂੰ ਵੀ ਇੱਛਾ ਸੀ, ਜਿਵੇਂ ਸਾਰੀ ਦੁਨੀਆ ਨੂੰ ਹੁੰਦੀ ਸੀ 50 ਸਾਲ ਪਹਿਲਾਂ ਤਾਂ ਪੱਕੀ ਹੁੰਦੀ ਸੀ ਨਾ ਵੀ ਸਾਡੇ ਬੇਟਾ ਜ਼ਰੂਰ ਹੋਵੇ। ਇਸੇ ਕਰਕੇ ਅਸੀਂ 4 ਭੈਣਾਂ ਪਹਿਲਾਂ ਤੇ ਪਿੱਛੋਂ ਮੇਰੇ 2 ਭਰਾ ਹੋਏ ਆ, ਤਾਂ ਫਿਰ ਉਹਨਾਂ ਨੂੰ ਲੱਗਿਆ ਵੀ ਹੁਣ ਸਾਡੀ ਜਿਹੜੀ ਜ਼ਿੰਦਗੀ ਆ ਉਹ ਸਾਰਥਕ ਆ। ਪਰ ਨਾਲ ਦੀ ਨਾਲ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਹ ਚੀਜ਼ ਜ਼ਰੂਰ ਸੀ ਵੀ ਸਾਡੀ ਪਰਵਰਿਸ਼ ਦੇ ਵਿੱਚ ਕਦੇ ਵੀ ਅਸੀਂ ਕੋਈ ਘਰੇ ਇਹੋ ਜਿਹਾ ਫਰਕ ਨਹੀਂ ਦੇਖਿਆ ਵੀ ਖਾਣ ਪੀਣ ਪਹਿਨਣ ਦੇ ਵਿੱਚ ਜਾਂ ਮੌਕੇ ਪੜ੍ਹਨ ਦੇ ਦੇਣ ਵਿੱਚ ਸਾਨੂੰ ਕੋਈ ਫਰਕ ਮਿਲਿਆ ਹੋਵੇ। ਸਗੋਂ ਮੈਂ ਕਹਿੰਦੀ ਹਾਂ ਵੀ ਮੇਰੀ ਮਾਂ ਮੁੰਡਿਆਂ ਨੂੰ ਵੱਧ ਤਰਸਦੀ ਰਹੀ, ਤੇ ਉਹਦੀ ਜਿਹੜੀ ਯੰਗ ਏਜ એનર્ਜੀ ਜੋ ਸੀ ਸਾਨੂੰ ਕੁੜੀਆਂ ਨੂੰ ਪੜ੍ਹਾਉਣ ਦੀ, ਗਾਈਡ ਕਰਨ ਦੀ, ਉਹ ਜਾਂ ਕਹਿ ਲਓ ਮਾਹੌਲ ਜਾਂ ਮੁੰਡੇ ਥੋੜਾ ਜਿਹਾ ਜਿਵੇਂ ਲਾਪਰਵਾਹੀ ਕਹਿ ਲਓ ਵੀ ਮੇਰੇ ਭਰਾ +2 BA ਤੱਕ ਪੜ੍ਹੇ ਤਾਂ ਹੈ, ਪਰ ਉਹਨਾਂ ਨਹੀਂ ਜਿਹਦਾ ਉਹਨਾਂ ਨੇ, ਮੇਰੀ ਮਦਰ ਨੇ ਕਾਫੀ ਉਹਨਾਂ ਨੂੰ ਇਸ ਚੀਜ਼ ਦਾ ਅਫਸੋਸ ਰਿਹਾ ਸਾਰੀ ਉਮਰ। ਤੇ ਇਹ ਚੀਜ਼ ਸੀਗੀ ਵੀ ਸਾਨੂੰ, ਬਾਕੀ ਇਹ ਗੱਲ ਸੀ ਵੀ ਜਿਹੜੇ ਕਿਸੇ ਤਰ੍ਹਾਂ ਵੀ ਕੁੜੀਆਂ ਨੂੰ ਜ਼ਿਆਦਾ ਤੌਰ ਤੇ ਹੁੰਦਾ ਵੀ ਉਹਨਾਂ ਦੇ ਵਿਆਹ ਕੀਤੇ ਜਾਂਦੇ ਆ ਬਿਨਾਂ ਦੱਸੇ, ਇਹ ਚੀਜ਼ ਸਾਡੇ ਘਰ ਵਿੱਚ ਨਹੀਂ ਸੀ। ਅੱਛਾ ਮੈਡਮ, ਤੁਸੀਂ ਇਹ ਦੱਸੋ ਕਿ ਤੁਸੀਂ ਜਿਹੜਾ ਗੀਤ ਸੁਣਾਇਆ ਹੈ ਉਹਦੇ ਵਿੱਚ ਵੀ ਲਿਖਿਆ ਹੈ ਕਿ ਗੀਤ ਕਿਤੇ ਦੱਬ ਗਿਆ, ਮੁੜ ਕੇ ਉਹ ਲੱਭਿਆ ਹੀ ਨਹੀਂ। ਅਕਸਰ ਹੀ ਮੈਂ ਬਹੁਤ ਸਾਰੇ ਸਾਹਿਤਕਾਰ ਜਾਂ ਇਹ ਕਹਿ ਸਕਦੇ ਹਾਂ ਕਿ ਬਹੁਤ ਸਾਰੀ ਕੁੜੀਆਂ ਦੇ ਮੂੰਹੋਂ ਇਹ ਸੁਣਿਆ ਹੈ ਕਿ ਜਦੋਂ ਉਹ ਗੀਤ ਲਿਖਦੀਆਂ ਸਨ ਤਾਂ ਪਰਿਵਾਰ ਦੇ ਵੱਲੋਂ ਸਹਿਯੋਗ ਬਹੁਤੀ ਵਾਰ ਨਹੀਂ ਮਿਲਦਾ ਸੀ, ਬਲਕਿ ਆਲੋਚਨਾ ਹੀ ਉਹਨਾਂ ਨੂੰ ਸਹਿਣ ਕਰਨੀ ਪੈਂਦੀ ਸੀ। ਤੁਹਾਡੇ ਨਾਲ ਕੀ ਹੋਇਆ ਵਿਆਹ ਤੋਂ ਪਹਿਲਾਂ ਤੇ ਵਿਆਹ ਤੋਂ ਬਾਅਦ? ਕੀ ਪਰਿਵਾਰ ਨੇ ਸਹਿਯੋਗ ਦਿੱਤਾ ਜਾਂ ਨਹੀਂ? ਮੈਂ ਦੇਖੋ, ਵਿਆਹ ਤੋਂ ਪਹਿਲਾਂ ਤਾਂ ਨਾ ਜਿਵੇਂ ਸਾਨੂੰ ਕਾਲਜ ਦੇ ਵਿੱਚ ਜਿਹੜੀ ਮੇਰੀ ਵੱਡੀ ਸਿਸਟਰ ਸੀ ਨਾ, ਉਹ ਪੋਲੀਟੀਕਲ ਸਾਇੰਸ ਪੜ੍ਹਦੇ ਹੁੰਦੇ ਸੀ, ਤੇ ਉਹਨਾਂ ਦੇ ਪ੍ਰੋਫੈਸਰ ਸੀਗੇ ਦਿਲਾਵਰ ਸਿੰਘ ਪੰਨੂ, ਇੱਕ ਉਹ ਇੰਨੀ ਚੰਗੀ ਤਰ੍ਹਾਂ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਸੀ, ਤੇ ਉਹ ਮੇਰੀ ਸਿਸਟਰ ਨੇ ਸਾਰਾ ਹੀ ਲੈਕਚਰ ਆ ਕੇ ਘਰੇ ਸੁਣਾ ਦੇਣਾ, ਤੇ ਮੇਰਾ ਮਾਈਂਡ ਮਤਲਬ ਉਹਦੇ ਨਾਲ ਉੱਦਾਂ ਸੋਚਣ ਲੱਗ ਪਿਆ ਵੀ ਵਾਕਈ ਪੋਲੀਟੀਕਲੀ ਜਿਹੜੇ ਹੈਗੇ ਆ ਉਹ ਅਸੀਂ ਸਪਰੈਸ ਹੋ ਰਹੇ ਹਾਂ, ਸਾਨੂੰ ਸਾਡੇ ਹੱਕ ਨਹੀਂ ਮਿਲ ਰਹੇ, ਸਾਡਾ ਸਿਸਟਮ ਆ ਜਿਹੜਾ ਗਲਤ ਚੱਲ ਰਿਹਾ। ਉਦੋਂ ਹੀ ਉਧਰ ਨੂੰ ਚੱਲ ਪਿਆ। ਉਦੋਂ ਦੀਆਂ ਮੇਰੀਆਂ ਰਚਨਾਵਾਂ ਆਜ਼ਾਦੀ ਨੂੰ ਲੈ ਕੇ ਜਾਂ ਜਿਹੜੀਆਂ ਹੈਗੀਆਂ 2-4 ਕਾਲਜ ਦੇ ਵਿੱਚ ਨਾ ਲੜਕੀਆਂ ਨੂੰ ਅੱਗੇ ਵਧਣ ਤੋਂ ਰੋਕਣ ਬਾਰੇ ਇੱਦਾਂ ਦੀਆਂ ਮੈਂ ਜਿਹੜੀਆਂ ਲਿਖਦੀ ਸੀ ਉੱਥੇ ਹੀ ਸੁਣਾ ਦੇਣੀਆਂ, ਪਰਿਵਾਰ 'ਚ ਸੁਣਾ ਦੇਣੀਆਂ, ਤੇ ਬਾਅਦ 'ਚੋਂ ਕੋਈ ਸੰਭਾਲਣੀਆਂ ਨਾ, ਇਹ ਚੱਲਦਾ ਰਿਹਾ। ਤੇ ਬਾਅਦ ਦੇ ਵਿੱਚੋਂ ਵਿਆਹ ਤੋਂ ਬਾਅਦ ਵੀ ਮੈਨੂੰ ਸਮੱਸਿਆਵਾਂ ਆਈਆਂ, ਜਿਵੇਂ ਆਮ ਪਰਿਵਾਰ ਦੇ ਵਿੱਚ ਤਾਂ ਕੀ ਐਕਸਪੈਕਟ ਕੀਤਾ ਜਾਂਦਾ ਵੀ ਘਰ ਦਾ ਚੁੱਲ੍ਹਾ ਚੌਂਕਾ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਕੋਈ ਕੁੜੀ ਸੰਭਾਲੇ, ਤੇ ਉਹਦੇ ਵਿੱਚ ਪਰ ਮੈਨੂੰ ਇਹ ਚੀਜ਼ ਸੀਗੀ ਵੀ ਮੈਂ ਆਪਣੀ ਜਿਹੜੀ ਹੈਗੀ ਆ ਇਹ ਲਿਖਣ ਵਾਲਾ ਕੋਈ ਉਸ ਵੇਲੇ ਵੀ ਜਾਂ ਉਦੋਂ ਬਾਅਦ ਵੀ 10 ਸਾਲ ਤੱਕ ਕੋਈ ਮੈਨੂੰ ਇੱਦਾਂ ਮੇਰਾ ਪਲੈਨਿੰਗ ਨਹੀਂ ਸੀ ਵੀ ਮੈਂ ਤਾਂ ਕੁਝ ਲਿਖਣਾ, ਮੈਨੂੰ ਲਿਖਣ ਨਹੀਂ ਦਿੱਤਾ ਜਾ ਰਿਹਾ, ਪਰ ਮੇਰੇ ਤੋਂ ਲਿਖਿਆ ਜਾਂਦਾ ਸੀ ਕੁਛ ਨਾ ਕੁਛ। ਤੇ ਇਸ ਕਰਕੇ ਮੈਂ ਇਸੇ ਕਰਕੇ ਥੋੜਾ ਜਿਹਾ ਮੇਰੇ ਘੱਟ ਵੀ ਜਿਹੜੇ ਸੰਗ੍ਰਹਿ ਕਵਿਤਾ ਦੇ ਸੰਗ੍ਰਹਿ ਆਏ ਨੇ ਵੀ ਇੱਛਾ ਰਹੀ, ਕਰਦੀ ਵੀ ਰਹੀ, ਸੁਣਦੀ ਵੀ ਰਹੀ, ਮਨ 'ਚ ਵਸਾਉਂਦੀ ਵੀ ਰਹੀ, ਪਰ ਲਿਖਤੀ ਰੂਪ ਦੇ ਵਿੱਚ ਜਾਂ ਪ੍ਰਕਾਸ਼ਿਤ ਹੋਣ ਦੇ ਵਿੱਚ ਬਹੁਤ ਥੋੜਾ ਉਹਨਾਂ ਦੇ ਵਿੱਚੋਂ ਆਇਆ ਜੋ ਵੀ ਮੇਰੇ ਦਿਮਾਗ ਦੇ ਵਿੱਚੋਂ ਗਿਆ। ਪਰ ਮਤਲਬ ਬਾਅਦ ਚੋਂ ਜਿਵੇਂ ਮੇਰੇ ਹਸਬੈਂਡ ਬਾਅਦ ਦੇ ਵਿੱਚੋਂ ਇਹ ਕਾਲਜ ਦੇ ਵਿੱਚ ਪ੍ਰੋਫੈਸਰ ਸੀਗੇ ਤੇ ਮੈਂ ਸਕੂਲ 'ਚ ਪੜ੍ਹਾਉਂਦੀ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜਦੋਂ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਪਤਾ ਵੀ ਨਹੀਂ ਹੁੰਦਾ ਸੀ ਤੇ ਵੀ ਕਿਸੇ ਦੀ ਹੋਰ ਸੰਗਤ ਮਾਣੀ ਜਾਵੇ, ਸਾਹਿਤ ਲਿਖਣ ਵਾਲੇ ਦੀ, ਸੁਣਾਉਣ ਵਾਲੇ ਦੀ ਕਿਤੇ ਜਾਇਆ ਜਾਵੇ, ਹੈ ਨਾ, ਜਾਂ ਜੇ ਕਿਤੇ ਜਾਣਾ ਵੀ ਤਾਂ ਇੱਕ ਚੈੱਕ ਜ਼ਰੂਰ ਹੁੰਦਾ ਸੀ ਵੀ ਕਿੱਥੇ ਜਾਣਾ, ਕਿਹਦੇ ਨਾਲ ਜਾਣਾ, ਹੈ ਨਾ, ਇੱਦਾਂ ਦਾ। ਤੇ ਉਹ ਸਟੈਪ ਕਦੇ ਲਿਆ ਹੀ ਨਹੀਂ ਵੀ ਆਪਣੀਆਂ ਕਿਤਾਬਾਂ ਬੱਚਿਆਂ ਨੂੰ ਪੜ੍ਹਾਉਣਾ, ਘਰੇ ਜਿਹੜੇ ਸਾਹਿਤ ਦੇ ਵਿੱਚ ਜੋ ਅੱਛੇ ਨਾਵਲ ਕਹਾਣੀਆਂ ਪੜ੍ਹੀ ਜਾਣੇ ਤੇ ਆਪਦਾ ਸਕੂਲ ਪੜ੍ਹਾਉਣਾ ਬੱਚਿਆਂ ਨੂੰ, ਇਹ ਚੱਲੀ ਗਿਆ। ਤੇ ਜਾਣੀ ਦੀ ਇੱਕ ਚੀਜ਼ ਥੋੜ੍ਹੀ ਜਿਹੀ ਵਾਰਨਿੰਗ ਮਿਲਦੀ ਸੀ ਵੀ ਇਹ ਸਾਹਿਤਕਾਰ ਇੱਦਾਂ ਦੀਆਂ ਗੱਲਾਂ ਮਾਰਦੇ ਹੁੰਦੇ ਆ, ਤੇ ਵੀ ਰੋਕਿਆ ਜਾਂਦਾ ਸੀ ਕਿਸੇ ਢੰਗ ਨਾਲ, ਹੈ ਨਾ, ਡਾਇਰੈਕਟ ਨਹੀਂ। ਪਰ ਇਹਦੇ ਵਿੱਚ ਫਰਕ ਜ਼ਰੂਰ ਪੈਂਦਾ ਜਦੋਂ ਬੰਦਾ, ਜਿਵੇਂ ਹੁਣ ਇਹ ਕਾਲਜ ਦੇ ਵਿੱਚ ਜੌਬ ਕਰਦੇ ਸੀਗੇ ਤੇ ਬੱਚੇ ਮੇਰੇ ਵੱਡੇ ਹੋਏ, ਜਿਵੇਂ ਜਿਵੇਂ ਮਾਹੌਲ ਦੇ ਵਿੱਚ ਸਾਡੇ ਸਾਰੇ ਸਮਾਜ ਦੇ ਵਿੱਚ ਇਹ ਚੀਜ਼ ਦਾ ਪਰਿਵਰਤਨ ਫਿਰ ਹੌਲੀ ਹੌਲੀ ਆਇਆ, ਤਾਂ ਇਹਨਾਂ ਨੂੰ ਇਹ ਚੀਜ਼ ਮਹਿਸੂਸ ਹੋਣ ਲੱਗ ਗਈ, ਮੇਰੇ ਹਸਬੈਂਡ ਨੂੰ ਖਾਸ ਕਰਕੇ, ਵੀ ਕੋਈ ਖਾਸ ਚੀਜ਼ ਹੈਗੀ ਆ ਤੇ ਜਿਹੜੀ ਨੂੰ ਅਸੀਂ ਵੀ ਐਵੇਂ ਲੋਕਾਂ ਦੇ ਡਰ ਕਰਕੇ ਪੂਰਾ ਨਹੀਂ ਹੋਣ ਦਿੱਤਾ। ਫਿਰ ਮੈਂ ਇੱਥੇ ਭਾਰਤ ਨਗਰ ਸਕੂਲ ਦੇ ਵਿੱਚ ਜਦੋਂ ਮੈਂ ਸੀਗੀ ਨਾ ਲੈਕਚਰਰ ਪੰਜਾਬੀ ਦੀ, ਤਾਂ ਪੰਜਾਬੀ ਭਵਨ ਨੇੜੇ ਸੀ ਤੇ ਉੱਥੇ ਮੈਂ ਥੋੜ੍ਹਾ ਬਹੁਤਾ ਜਾਣਾ ਸ਼ੁਰੂ ਕੀਤਾ, ਤੇ ਇੱਕ ਬੱਚਿਆਂ ਨੇ ਮੇਰੀਆਂ ਪੋਇਮਸ ਗੀਤ ਗਾ ਕੇ ਪਸੰਦ ਬਹੁਤ ਕੀਤੇ, ਤੇ ਉਹਦੇ ਕਰਕੇ ਮੈਨੂੰ ਫਿਰ ਹੱਲਾਸ਼ੇਰੀ ਮਿਲੀ, ਤੇ ਫਿਰ ਅਸੀਂ
ਪੁਰਾਣੀਆਂ ਰਚਨਾਵਾਂ ਲੱਭ ਕੇ ਇਕੱਠੀਆਂ ਕਰਕੇ ਤੇ 2007 ਵਿੱਚ ਫਿਰ ਮਿੱਟੀ ਬੋਲ ਪਈ ਆ ਮੇਰਾ ਜਿਹੜਾ ਹੈਗਾ ਪਹਿਲਾ ਕਾਵਿ ਸੰਗ੍ਰਹਿ ਇਹ ਉਦੋਂ ਕੀਤਾ ਤੇ ਆ ਦੀਵਾ ਜਗਦਾ 12-13 ਸਾਲਾਂ ਬਾਅਦ ਉਸ ਤੋਂ ਫਿਰ ਇਹ ਪ੍ਰਕਾਸ਼ਿਤ ਕੀਤਾ। ਮਤਲਬ ਜਿਹੜੀ ਸੀ ਇਹ ਉਹ ਨਹੀਂ ਮੈਂ ਕਹਿੰਦੀ ਵੀ ਆਪਣੇ ਆਪ ਨੂੰ ਵੀ ਮੈਂ ਵੀ ਕੋਈ ਖੁੱਲ੍ਹ ਕੇ ਸਟੈਪ ਨਹੀਂ ਲਿਆ। ਆਪਣੀ ਹਰ ਇੱਕ ਦੀ ਆਪਣੀ ਚੋਇਸ ਹੁੰਦੀ ਆ, ਹੈ ਨਾ, ਵੀ ਪ੍ਰਾਇੋਰਟੀ ਕਿਹਨੂੰ ਦਿੰਦੇ ਆ। ਮੈਂ ਆਪਣੀ ਫੈਮਿਲੀ ਨੂੰ, ਬੱਚਿਆਂ ਨੂੰ ਪਾਲਣ ਨੂੰ, ਪੜ੍ਹਾਉਣ ਨੂੰ ਤੇ ਇਹਨੂੰ ਜ਼ਿਆਦਾ ਪ੍ਰੈਫਰ ਕਰਦੀ ਰਹੀ ਹਾਂ। ਭਾਵੇਂ ਪੜ੍ਹਨ ਦਾ ਸ਼ੌਕ ਵੀ ਸੀ, ਲਿਖਣ ਦਾ ਸ਼ੌਕ ਵੀ ਸੀ, ਗਾਉਣ ਦਾ ਸ਼ੌਕ ਵੀ ਸੀ ਤੇ ਵੱਖ-ਵੱਖ ਜਿਹੜੇ ਹੈਗੇ ਨੇ ਫੰਕਸ਼ਨ ਅਟੈਂਡ ਕਰਨ ਦਾ ਬੜਾ ਸ਼ੌਕ ਸੀ ਵੀ ਵਧੀਆ ਦੇਖਾਂ, ਕਿਤੇ ਜਾਵਾਂ ਤੇ ਜਿੰਨਾ ਟਾਈਮ ਮੈਨੂੰ ਮਿਲ ਸਕਦਾ ਸੀ ਉਹਨਾਂ ਮੈਂ ਅਵੇਲ ਕਰਨ ਲੱਗੀ। ਤੇ ਬਾਅਦ ਦੇ ਵਿੱਚੋਂ ਮਤਲਬ ਮੈਨੂੰ ਹੌਸਲਾ ਮਿਲਿਆ ਘਰ ਵੱਲੋਂ ਵੀ ਮੈਂ ਆਪਣੀ ਰਚਨਾਵਾਂ ਪ੍ਰਕਾਸ਼ਿਤ ਕਰਾਇਆ ਕਰਾਂ ਤੇ ਜਾਂ ਮੈਂ ਥੋੜ੍ਹਾ ਬਹੁਤਾ ਹਾਈਲਾਈਟ ਕਰਾਂ ਇਹਨਾਂ ਨੂੰ, ਹੈ ਨਾ। ਇਹਦੇ ਨਾਲ ਵੈਸੇ ਮੈਂ ਮਹਿਸੂਸ ਕੀਤਾ ਵੀ ਅੰਦਰ ਲਿਖ ਕੇ ਰਚਨਾ ਰੱਖ ਲੈਣੀ, ਆਪਣੀ ਕਾਪੀ ਵਿੱਚ ਬੰਦ ਕਰ ਲੈਣੀ ਤਾਂ ਉਹ ਮੁਰਦਾ ਹੀ ਹੁੰਦੀਆਂ ਨੇ ਤੇ ਤਾਂ ਫਿਰ ਮੈਨੂੰ ਹੌਸਲਾ ਹੋਇਆ। ਮੈਂ ਆਪਣੀਆਂ ਰਚਨਾਵਾਂ ਸੁਣਾਉਣ ਵੀ ਲੱਗੀ ਤੇ ਹੁਣ ਮੈਂ ਥੋੜ੍ਹਾ ਬਹੁਤਾ ਇੱਕ ਅੱਧੀ ਵੀਡੀਓ ਬਣਾ ਕੇ YouTube 'ਤੇ ਵੀ ਮੇਰਾ ਇੱਕ ਚੈਨਲ ਸ਼ੁਰੂ ਕੀਤਾ, ਉਹਦੇ 'ਤੇ ਪਾ ਦਿੰਦੀ ਹੁੰਦੀ ਹਾਂ। ਹਾਂਜੀ ਮੈਮ, ਤੁਹਾਡੇ ਪਹਿਲੇ ਕਾਵਿ ਸੰਗ੍ਰਹਿ ਦੀ ਗੱਲ ਕਰਦੇ ਹਾਂ, ਮਿੱਟੀ ਬੋਲ ਪਈ। ਇਹ ਜ਼ਿਆਦਾਤਰ ਲੋਕ ਕਲਾਵਾਂ, ਲੋਕ ਧਾਰਾ, ਸੱਭਿਆਚਾਰ ਦੇ ਨਾਲ ਜੋ ਸੰਬੰਧਿਤ ਰਚਨਾਵਾਂ ਇਸ ਦੇ ਵਿੱਚ ਦਰਜ ਨੇ। ਕੋਈ ਇੱਕ ਗੀਤ ਇਸ ਪੁਸਤਕ ਦੇ ਵਿੱਚ ਸਾਡੇ ਨਾਲ ਸਾਂਝਾ ਕਰੋ ਤੇ ਇਸ ਦੇ ਨਾਲ ਇਸ ਕਾਵਿ ਸੰਗ੍ਰਹਿ ਬਾਰੇ ਜ਼ਰੂਰ ਦੱਸੋ। ਮੈਮ ਇਹ ਗੱਲ ਹੈਗੀ ਆ ਵੀ ਪਹਿਲਾ ਕਾਵਿ ਸੰਗ੍ਰਹਿ ਜਿਹੜਾ ਮਿੱਟੀ ਬੋਲ ਪਈ ਉਹ ਕੁਦਰਤੀ ਆ ਵੀ ਅਸੀਂ ਪੇਂਡੂ ਮਾਹੌਲ ਦੇ ਵਿੱਚ ਆਮ ਜਿਹੜਾ ਹੈਗਾ ਮਾਹੌਲ ਦੇ ਵਿੱਚ ਵੱਡੇ ਹੋਏ ਆ ਤੇ ਉਹਨਾਂ ਦੇ ਵਿੱਚ ਗੁਜ਼ਰੇ। ਇਹਦੇ ਵਿੱਚ ਲੋਕ ਧਾਰਾ ਦਾ ਅਸਰ ਹੈ, ਲੋਕ ਧਾਰਾ ਦਾ ਅਸਰ ਅੱਗੇ ਵੀ ਹੈ। ਮੇਰੇ ਤਕਰੀਬਨ ਗੀਤ ਜਿਹੜੇ ਨੇ ਉਹ ਲੋਕ ਧਾਰਾ ਦੇ ਵਿੱਚ ਜਿਹੜਾ ਮੈਂ ਕੰਮ ਵੀ MPhil ਦਾ ਆਪਣਾ ਜਿਹੜਾ ਸੱਭਿਆਚਾਰ 'ਤੇ ਕੀਤਾ ਤੇ ਉਹ ਕੁਦਰਤੀ ਇਹਦੇ ਵਿੱਚ ਦਾਖਲ ਹੋ ਜਾਂਦਾ। ਇਹ ਮਿੱਟੀ ਬੋਲ ਪਈ ਦੀ ਸਟੋਰੀ ਇਹ ਆ ਵੀ ਮੈਂ ਇੱਕ ਨਾ ਨਾਵਲ ਸ਼ੁਰੂ ਕੀਤਾ ਸੀ ਲਿਖਣਾ, ਮਿੱਟੀ ਬੋਲ ਪਈ। ਉਹਦੇ ਮੈਂ ਜਿਵੇਂ ਕਹਿ ਲਓ 1/3 ਲਗਭਗ ਲਿਖ ਲਿਆ ਸੀ। ਉਹ ਨਾਵਲ ਦਾ ਨਾਮ ਮਿੱਟੀ ਬੋਲ ਪਈ ਰੱਖਣਾ ਸੀ ਤੇ ਉਹ ਪਰ ਹੋ ਨਹੀਂ ਸਕਿਆ ਵੀ ਟਾਈਮ ਕੱਢ ਸਕੀ ਕਿਉਂਕਿ ਵਾਰਤਕ ਲਿਖਣ ਵਾਸਤੇ ਉਹਨਾਂ ਚੀਜ਼ਾਂ ਵਾਸਤੇ ਬਹੁਤ ਟਾਈਮ ਚਾਹੀਦਾ ਜਿਹੜਾ ਕਿ ਉਦੋਂ ਛੋਟੇ ਬੱਚੇ ਜਦੋਂ ਹੁੰਦੇ ਆ ਕਿਸੇ ਲੇਡੀ ਕੋਲੇ ਆਮ ਨਹੀਂ ਹੁੰਦਾ ਤੇ ਉਹ ਡ੍ਰੌਪ ਹੋ ਗਿਆ ਮੇਰਾ। ਤੇ ਉਹ ਫਿਰ ਉਸ ਤੋਂ ਬਾਅਦ ਜਦੋਂ ਮੈਂ ਇਹ ਮੇਰੇ ਮਿੱਟੀ ਬੋਲ ਪਈ ਦਿਮਾਗ ਦੇ ਵਿੱਚ ਰਹੀ ਚੀਜ਼ ਤਾਂ ਇਹਦੇ ਵਿੱਚ ਹੋਰ ਰਚਨਾਵਾਂ ਉੱਦਾਂ ਦੀਆਂ ਹੈ ਵੀ ਜਿਵੇਂ ਆਪਾਂ ਕਹਿ ਲਓ ਵੀ ਔਰਤ ਨੂੰ ਮਿੱਟੀ ਦੇ ਸਮਾਨ ਸਮਝਣਾ, ਉਹਨੂੰ ਜਿਵੇਂ ਮਰਜ਼ੀ ਵਰਤਣਾ, ਹੈ ਨਾ। ਤੇ ਉਹ ਜਿਹੜੀ ਇਹਦੀ ਮੇਨ ਪੋਇਮ ਆ ਮੇਰੀ ਮਿੱਟੀ ਬੋਲ ਪਈ, ਉਹਦੇ 'ਤੇ ਫਿਰ ਮੈਂ ਇਹਦਾ ਨਾਂ ਰੱਖਤਾ। ਤੇ ਗੀਤ ਸਾਰੇ ਇੱਦਾਂ ਹੀ ਨੇ, ਕੋਈ ਦਾਜ ਦੀ ਸਮੱਸਿਆ, ਕੋਈ ਨਸ਼ਿਆਂ ਦੀ ਸਮੱਸਿਆ ਤੇ ਕੋਈ ਜਿਹੜੀ ਹੈਗੀ ਆ ਡਿਸਕ੍ਰਿਮੀਨੇਸ਼ਨ ਦੀ ਸਮੱਸਿਆ, ਹੈ ਨਾ, ਕੋਈ ਗਰੀਬੀ ਦੀ, ਇੱਦਾਂ ਦੇ ਗੀਤ ਇਹਦੇ ਵਿੱਚ ਹੈ। ਤੇ ਇੱਕ ਮੈਂ ਤੁਹਾਨੂੰ ਉਹਦੇ 'ਚੋਂ ਗੀਤ ਸੁਣਾਉਣ ਲੱਗੀ ਹਾਂ ਤੇ ਇਹ ਗੀਤ ਵੈਸੇ ਜੇ ਮੈਂ ਪੂਰਾ ਹੀ ਕਰ ਦੇਵਾਂ ਤਾਂ ਠੀਕ ਹੈ। ਹਾਂ। ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ, ਨੀ ਅੱਜ ਵਗਣ ਹਵਾਵਾਂ ਸਿੱਲੀਆਂ, ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ, ਨੀ ਅੱਜ ਵਗਣ ਹਵਾਵਾਂ ਸਿੱਲੀਆਂ। ਅੱਜ ਨੀਂਦ ਨਾ ਆਈ ਨੇੜੇ, ਰਹਿ ਨਾਲ ਤਾਰਿਆਂ ਚੇੜੇ, ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ, ਅੱਜ ਵਗਣ ਹਵਾਵਾਂ ਸਿੱਲੀਆਂ। ਅੱਜ ਅੰਬਰੋਂ ਟੁੱਟਿਆ ਤਾਰਾ, ਨੀ ਅੱਜ ਅੰਬਰੋਂ ਟੁੱਟਿਆ ਤਾਰਾ, ਕੋਈ ਹੋ ਗਿਆ ਵਾਕਾ ਮਾੜਾ, ਅੱਜ ਪਿਆਰ ਤੇ ਵੱਜਿਆ ਡਾਕਾ, ਰਿਹਾ ਚੁੱਪ ਵੇਖਦਾ ਨਾਕਾ। ਅੱਜ ਮੈਲੀ ਬੋਤਲਾਂ ਖੁੱਲੀਆਂ, ਝੁੱਗੀਆਂ ਦੀਆਂ ਖਿੰਡ ਗਈਆਂ ਫੁੱਲੀਆਂ, ਨਾਲੇ ਚੁਗ ਝੋਲੀ ਵਿੱਚ ਪਾਵਾਂ, ਨਾਲੇ ਜੱਗ ਕੋਲੋਂ ਸ਼ਰਮਾਵਾਂ, ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ। ਸਾਡੇ ਪਿਆਰ ਦਾ ਨਿਰਮਲ ਪਾਣੀ, ਸਾਡੇ ਪਿਆਰ ਦਾ ਨਿਰਮਲ ਪਾਣੀ, ਸੋਨੇ ਦਾ ਨਾ ਬਣਿਆ ਹਾਣੀ। ਪੁੰਨਿਆਂ ਦੀ ਮੱਸਿਆ ਹੋਈ,
ਛਮ ਛਮ ਚਾਨਣੀ ਰੋਈ, ਹੀਰੇ ਨੇ ਸ਼ੀਸ਼ਾ ਕੱਟਿਆ, ਕੱਟ ਜ਼ੋਰ ਜ਼ੋਰ ਦੀ ਹੱਸਿਆ, ਸ਼ੀਸ਼ੇ ਦੇ ਟੁਕੜੇ ਰੋਏ, ਜਦ ਸੱਜਣ ਪਰਾਏ ਹੋਏ, ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ। ਅੱਜ ਦਰਦ ਮੰਦਾਂ ਦੀਆਂ ਅੱਜ ਦਰਦ ਮੰਦਾਂ ਦੀਆਂ ਆਹੀਂ, ਲੁਕ ਰੋਈਆਂ ਆਪਣੀ ਬਾਹੀਂ, ਨਾ ਥਲ ਵਿੱਚ ਵੱਜੀਆਂ ਚੀਕਾਂ, ਪੁੰਨੂ ਦੀਆਂ ਖਤਮ ਉਡੀਕਾਂ, ਸੁਪਨਿਆਂ ਦਾ ਸੂਹਾ ਚੂੜਾ, ਹੋਇਆ ਪਲ ਵਿੱਚ ਨੀਲਾ ਗੂੜਾ, ਹੰਝੂਆਂ ਦਾ ਪਾਣੀ ਖਾਰਾ, ਸੁੱਕ ਗਿਆ ਸ਼ਰਮ ਦਾ ਮਾਰਾ, ਅੱਜ ਅੱਖੀਆਂ ਗਿੱਲੀਆਂ ਗਿੱਲੀਆਂ। ਅੱਜ ਜਿਉਣ ਮਰਨ ਦੀਆਂ ਗੱਲਾਂ, ਨੀ ਅੱਜ ਜਿਉਣ ਮਰਨ ਦੀਆਂ ਗੱਲਾਂ, ਬਣ ਗਈਆਂ ਕੂੜ ਦੀਆਂ ਛੱਲਾਂ, ਟਹਿ ਗਈਆਂ ਰੇਤ ਦੀਆਂ ਕੰਧਾਂ, ਟੁੱਟ ਗਈਆਂ ਪਿਆਰ ਦੀਆਂ ਤੰਦਾਂ, ਜਿਹਨੂੰ ਆਪਣਾ ਬਣਾਇਆ ਮੋਹ ਕੇ, ਕੋਈ ਹੋਰ ਲੈ ਗਿਆ ਖੋ ਕੇ, ਸੀਨੇ ਤੇ ਚੱਲਿਆ ਆਰਾ, ਜਦ ਮਹਿੰਗਾ ਵਿਕਿਆ ਲਾੜਾ, ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ, ਨੀ ਅੱਜ ਵਗਣ ਹਵਾਵਾਂ ਸਿੱਲੀਆਂ, ਅੱਜ ਨੀਂਦ ਨ ਆਈ ਨੇੜੇ, ਰਹੇ ਨਾਲ ਤਾਰਿਆਂ ਛੇੜੇ, ਅੱਜ ਅੱਖੀਆਂ ਗਿੱਲੀਆਂ ਗਿੱਲੀਆਂ। ਬਹੁਤ ਹੀ ਖੂਬ। ਦਿਲ ਕਰ ਰਿਹਾ ਸੀਗਾ ਕਿ ਸੁਣਦੇ ਰਹੀਏ ਤੁਹਾਡੀ ਆਵਾਜ਼ ਨੂੰ, ਤੁਹਾਡੇ ਗੀਤ ਨੂੰ। ਮੈਡਮ ਤੁਸੀਂ ਇਹ ਦੱਸੋ ਕਿ ਅਕਸਰ ਹੀ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਸਾਹਿਤ ਲਿਖਿਆ ਕਿਵੇਂ ਜਾਂਦਾ ਹੈ, ਇੰਨੀਆਂ ਵਧੀਆ ਕਵਿਤਾਵਾਂ ਲਿਖ ਕਿਵੇਂ ਲਈਆਂ ਜਾਂਦੀਆਂ ਹੈ। ਬਹੁਤ ਸਾਰੇ ਲੋਕ ਆ ਤੁਹਾਨੂੰ ਦੇਖ ਰਹੇ ਹੋਣਗੇ ਜੋ ਕਵਿਤਾ ਲਿਖਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਸ਼ੁਰੂਆਤ ਕਿੱਥੋਂ ਕੀਤੀ ਜਾਵੇ। ਜਿਵੇਂ ਤੁਸੀਂ ਹੁਣੇ ਗੀਤ ਸੁਣਾਇਆ, ਸ਼ਬਦਾਂ ਦੇ ਨਾਲ ਖੇਡਿਆ ਹੈ ਤੁਸੀਂ, ਇੱਕ ਇੱਕ ਸ਼ਬਦ ਦਿਲ ਨੂੰ ਟੁੰਬ ਰਿਹਾ ਸੀ, ਇੱਕ ਇੱਕ ਸ਼ਬਦ ਇੱਦਾਂ ਲੱਗ ਰਿਹਾ ਸੀ ਤੁਹਾਡੀ ਰੂਹ ਵਿੱਚੋਂ ਨਿਕਲਿਆ ਹੈ, ਸਾਡੀ ਰੂਹ ਤੱਕ ਪੁੱਜ ਰਿਹਾ ਹੈ। ਉਹਨਾਂ ਸਾਰੇ ਦਰਸ਼ਕਾਂ ਨੂੰ ਜੋ ਸਾਹਿਤ ਦੇ ਖੇਤਰ ਵਿੱਚ ਆਉਣਾ ਚਾਹੁੰਦੇ ਨੇ, ਕੁਝ ਥੋੜ੍ਹੇ ਜਿਹੇ ਟਿਪਸ ਦਿਓ, ਕੁਝ ਗੱਲਾਂ ਦੱਸੋ ਤਾਂ ਕਿ ਉਹ ਵੀ ਇਸ ਖੇਤਰ ਦੇ ਵਿੱਚ ਆ ਸਕਣ। ਇਹ ਤੁਸੀਂ ਸਵਾਲ ਵਧੀਆ ਕੀਤਾ। ਇਹ ਤਾਂ ਗੱਲ ਠੀਕ ਆ। ਬਹੁਤ ਹੋਰ ਨਾਲ ਦੀਆਂ ਮੇਰੇ ਜਿਹੜੀਆਂ ਲੇਡੀਜ਼ ਨੇ, ਉਹ ਵੀ ਪਹਿਲਾਂ ਜਦੋਂ ਤੁਹਾਡੇ ਵਾਂਗੂ ਪੜ੍ਹਦੇ ਹੁੰਦੇ ਸੀ, ਕੁੜੀਆਂ ਵੀ ਇਹ ਗੱਲ ਕਹਿੰਦੇ ਸੀ ਵੀ ਦਿਮਾਗ ਤਾਂ ਬਹੁਤ ਕੁਝ ਸੋਚਦਾ ਪਰ ਲਿਖ ਨਹੀਂ ਸਕਦੇ, ਹੈ ਨਾ। ਇਹਦੇ 'ਚ ਹੁਣ ਮੈਂ ਇਹ ਤਾਂ ਜ਼ਰੂਰ ਕਹੂੰਗੀ ਵੀ ਜਿਵੇਂ ਹਰ ਬੰਦਾ ਹਰ ਇੱਕ ਕੰਮ ਨਹੀਂ ਕਰ ਸਕਦਾ, ਇਹ ਵੀ, ਪਰ ਜਿਹੜੀ ਪੋਇਟਰੀ ਆ ਇਹ ਕੁਛ ਮੈਂ ਦੂਜੇ ਬਾਕੀ ਸਾਹਿਤ ਨੂੰ ਮੰਨਦੀ ਹਾਂ ਵੀ ਉਹਦੇ 'ਚ ਪਲੈਨਿੰਗ ਵੱਧ ਚੱਲ ਜਾਂਦੀ ਆ। ਵੀ ਕੋਈ ਤੁਸੀਂ ਪਲਾਨ ਕਰਦੇ ਹੋ ਵੀ ਮੈਂ ਇਸ ਵਿਸ਼ੇ 'ਤੇ ਕਹਾਣੀ ਲਿਖਣੀ ਆ, ਉਹਦਾ ਮੈਂ ਕੀ ਪਲਾਟ ਬਣਾਵਾਂ, ਕੀ ਕਰਾਂ, ਜਾਂ ਤੁਸੀਂ ਵਾਰਤਕ 'ਚ ਕੁਛ ਸੋਹਣਾ ਲੇਖ ਲਿਖਣਾ, ਉਹ ਚੀਜ਼ ਹੋ ਸਕਦੀ ਆ। ਅਤੇ ਇਹਦੇ ਵਿੱਚ ਤਾਂ ਜਿਹੜੀ ਵੀ ਤੁਹਾਨੂੰ ਕੋਈ ਇਨਸੀਡੈਂਟ ਟੁੰਬ ਗਿਆ, ਅੰਦਰ ਤੁਹਾਡੇ ਦਿਲ ਦੇ ਘਰ ਕਰ ਗਿਆ, ਉਹ ਪਤਾ ਨਹੀਂ ਕਿੱਥੋਂ ਤੁਹਾਡੇ ਅੰਦਰੋਂ ਹੀ ਕੋਈ ਚੀਜ਼ ਬੋਲਦੀ ਆ, ਅਤੇ ਉਹ ਤੁਸੀਂ ਸ਼ਬਦ ਜਿਹੜੇ ਹੈਗੇ ਨੇ ਉਹ ਸ਼ਬਦਾਂ ਦੇ ਵਿੱਚ ਪਰੋਈ ਜਾਂਦੀ ਆ। ਪਰ ਨਾਲ ਦੀ ਨਾਲ ਜਿਹੜਾ ਕਿਸ ਦੂਜੇ ਨੂੰ ਕਹਿਣ ਵਾਲੀ ਗੱਲ ਮੈਂ ਇਹ ਕਹੂੰਗੀ ਵੀ ਸ਼ਬਦ ਜਿਹੜੇ ਨੇ ਉਹ ਕਮਾਏ ਜਾਂਦੇ ਨੇ, ਉਹ ਥਾਲੀ ਵਿੱਚ ਕਦੇ ਵੀ ਪਏ ਨਹੀਂ ਮਿਲਦੇ। ਜਦੋਂ ਆਪਾਂ ਨਿੱਕੇ ਹੁੰਦੇ ਤੋਂ ਹੀ ਪੜ੍ਹਦੇ ਹਾਂ ਤਾਂ ਆਪਾਂ ਨੂੰ ਉਦੋਂ ਲੱਗਦਾ ਹੁੰਦਾ ਵੀ ਆਹ ਨਵਾਂ ਸ਼ਬਦ ਮੈਨੂੰ ਅਰਥ ਦੱਸਣ ਨੂੰ ਕਿੰਨੀ ਦੇਰ ਲਾਤੀ, ਪਰ ਲੈਂਗੁਏਜ ਜਦੋਂ ਅਸੀਂ ਸਿੱਖਦੇ ਹਾਂ, ਹਰ ਸ਼ਬਦ ਜਿਹੜਾ ਹੈਗਾ ਉਹ ਬੜਾ ਕੀਮਤੀ ਹੁੰਦਾ, ਪਤਾ ਨਹੀਂ ਉਹਨੇ ਕਿੱਥੇ ਮੋਤੀ ਬਣ ਕੇ ਜੜਿਆ ਜਾਣਾ ਬਾਅਦ ਦੇ ਵਿੱਚ। ਇਸ ਕਰਕੇ ਸ਼ਬਦ ਦੀ ਕਦਰ ਕਰਨੀ, ਸ਼ਬਦ ਜਿਹੜੇ ਹੈਗੇ ਸੰਭਾਲਣੇ, ਅਤੇ ਸ਼ਬਦਾਂ ਨੂੰ ਜਿਹੜਾ ਹੈਗਾ ਅਰਥ ਦੇਣੇ, ਇਹ ਤੁਹਾਡੇ ਅੰਦਰ ਮਾਈਂਡ ਦੇ ਵਿੱਚ ਉਹ ਜਿਹੜੀ ਹੈਗੀ ਆ ਸੋਚ ਕ੍ਰੀਏਟ ਇਹੋ ਜਿਹੀ ਹੋ ਜਾਣੀ ਚਾਹੀਦੀ ਆ। ਤੁਹਾਡਾ ਐਟੀਟਿਊਡ ਉਹ ਬਣ ਜਾਣਾ ਚਾਹੀਦਾ ਵੀ ਤੁਸੀਂ ਜਿਹੜੀ ਵੀ ਚੀਜ਼ ਪੜ੍ਹਦੇ ਹੋ, ਲਿਖਦੇ ਹੋ, ਸੁਣਦੇ ਹੋ, ਅਤੇ ਉਹਨੂੰ ਤੁਸੀਂ ਉਹਦੇ ਅਰਥ ਆਪਣੇ ਢੰਗ ਨਾਲ ਸੋਚੋ। ਜਾਣੀ ਸੋਚਣ ਦੀ ਗਹਿਰਾਈ ਜ਼ਰੂਰ ਹੋਣੀ ਚਾਹੀਦੀ ਆ। ਅਤੇ ਇੱਕ ਮੈਂ ਸੋਚਦੀ ਹੁੰਦੀ ਹਾਂ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਆਰਾਮ ਰੌਲੇ ਤੋਂ ਬਹੁਤਾ ਜਿਹੜੀ ਹੈਗੀ ਭੱਜ ਨੱਠ ਤੋਂ ਥੋੜ੍ਹੀ ਜਿਹੀ ਕਿਤੇ ਨਾ ਕਿਤੇ 24 ਘੰਟੇ 'ਚੋਂ ਵੇਲ ਜ਼ਰੂਰ ਚਾਹੀਦੀ ਆ, ਜਿਹੜੀ ਕਿ ਮੈਂ ਮਹਿਸੂਸ ਵੀ ਕੀਤੀ ਵੀ ਮੈਨੂੰ ਘੱਟ ਮਿਲੀ। ਅਤੇ ਉਹ ਚੀਜ਼ ਜੇ ਅਸੀਂ ਮੈਨੇਜ ਕਰ ਲਈਏ ਟਾਈਮ,
ਤਾਂ ਜ਼ਰੂਰ ਆ ਵੀ ਤੁਸੀਂ ਜਿਹੜੀਆਂ ਘਟਨਾਵਾਂ ਸੁਣਦੇ ਹੋ, ਦੇਖਦੇ ਹੋ, ਜਾਂ ਤੁਹਾਡੇ ਨਾਲ ਵਾਪਰੀਆਂ ਜਾਂ ਤੁਹਾਡੇ ਕਿਸੇ ਨੇੜੇ ਦੇ ਨਾਲ ਵਾਪਰੀਆਂ, ਉਹਦੇ ਬਾਰੇ ਤੁਸੀਂ ਸੋਚਦੇ ਹੋ, ਤਾਂ ਤੁਸੀਂ ਉਹਨੂੰ ਜਿਹੜਾ ਹੈਗਾ ਪੇਸ਼ ਕਰ ਸਕਦੇ ਹੋ। ਤੇ ਪੋਇਟਰੀ ਜਾਂ ਕਵਿਤਾ, ਇਹ ਬਹੁਤ ਵਾਰੀ ਇਹ ਅਚਾਨਕ ਹੀ ਦਿਮਾਗ ਦੇ ਵਿੱਚ ਆਉਂਦੀ ਵੀ ਆਹ ਗੱਲ ਮੈਂ ਇਦਾਂ ਕਹਿ ਸਕਦੀ ਹਾਂ। ਉਹੀ ਗੱਲ ਵੀ ਕਲਾ ਦੀ ਜਿਹੜੀ ਹੈਗੀ ਆ ਰੋਲ ਇੱਥੇ ਆ ਜਾਂਦਾ। ਠੀਕ ਹੈ, ਵੀ ਉਂਝ ਤਾਂ ਨਾਰਮਲ ਆਪਾਂ ਖਾਣਾ ਸਾਰੇ ਹੀ ਖਾਂਦੇ ਆ, ਪਰ ਜਿਹਦੇ 'ਚ ਕਲਾਤਮਕ ਹੱਥ ਹੁੰਦਾ ਉਹ ਉਸੇ ਖਾਣੇ ਨੂੰ ਕਿਸੇ ਢੰਗ ਨਾਲ ਪਰੋਸ ਦੇਣਾ, ਉਹਨੂੰ ਦੇਖਣ ਨੂੰ ਸੋਹਣਾ ਬਣਾ ਦੇਣਾ, ਹੈ ਨਾ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਸ਼ਬਦ ਤਾਂ ਸ਼ਬਦ ਹੁੰਦੇ ਹੀ ਨੇ, ਤੇ ਸ਼ਬਦਾਂ ਨੂੰ ਕਿਹੜੇ ਵੇਲੇ ਕਿਸ ਥਾਂ ਤੇ ਕਿਸ ਅਰਥ ਵਿੱਚ ਲਿਆ ਜਾਣਾ, ਇਹ ਜਿਹੜਾ ਜਦੋਂ ਸਮਝ ਡਿਵੈਲਪ ਹੋ ਜਾਵੇ ਤੁਹਾਡੀ, ਤੇ ਤੁਹਾਡੇ ਜਿਹੜੇ ਇੱਕ ਗੱਲ ਹੋਰ ਆ, ਜਿਹੜੀ ਕਵਿਤਾ ਇਹ ਜਜ਼ਬੇ ਦੀ ਦੁਨੀਆ, ਇਹ ਇਕੱਲੇ ਤਰਕ ਦੀ ਦੁਨੀਆ ਨਹੀਂ ਹੈਗੀ। ਤਰਕ ਦੀ ਘੱਟ ਆ, ਜਜ਼ਬੇ ਦੀ ਵੱਧ ਆ। ਮਤਲਬ ਹਾਂ ਬਿਲਕੁਲ, ਜਜ਼ਬਾ ਜਿਹੜਾ ਹੈਗਾ ਬੰਦੇ ਦੇ ਵਿੱਚ ਉਹ ਹੋਣਾ ਚਾਹੀਦਾ, ਤੇ ਪੋਜ਼ਿਟਿਵ ਵਿਊ ਦਾ ਜੇ ਹੈ, ਉਹ ਪੋਜ਼ਿਟਿਵ ਖਿਆਲਾਂ ਬਾਰੇ ਤੁਹਾਡੇ ਜਜ਼ਬੇ ਜਾਗਦੇ ਨੇ, ਸੁਚੇਤ ਨੇ, ਤਾਂ ਤੁਸੀਂ ਕੁਦਰਤੀ ਕੈਚ ਉਹੋ ਜਿਹੀਆਂ ਗੱਲਾਂ ਕਰ ਲੈਂਦੇ ਹੋ। ਜੇ ਤੁਹਾਡੇ ਦਿਲ ਨੂੰ ਨਹੀਂ ਲੱਗਦੀ ਤਾਂ ਤੁਸੀਂ ਕਿਸੇ ਨੂੰ ਉਹ ਲੱਗਣ ਵਾਲੀ ਕਿਵੇਂ ਕਰ ਦਿਓਗੇ। ਇਹ ਕੁਦਰਤੀ ਗੱਲ ਹੈ ਵੀ ਜਿਹੜਾ ਲਿਖਣ ਵਾਲਾ ਬੰਦਾ ਉਹ ਸੰਵੇਦਨਸ਼ੀਲ ਜ਼ਰੂਰ ਹੋਵੇ ਮਨੁੱਖਤਾ ਦੇ ਪ੍ਰਤੀ, ਤੇ ਹਰ ਇੱਕ ਜੀਵ ਪ੍ਰਤੀ, ਹਰ ਸਿਚੁਏਸ਼ਨ ਪ੍ਰਤੀ। ਤਾਂ ਜਿਹੜੀ ਸੰਵੇਦਨਸ਼ੀਲਤਾ ਉਹ ਜ਼ਰੂਰ ਹੋਣੀ ਚਾਹੀਦੀ ਆ। ਉਹ ਜੇ ਤੁਹਾਨੂੰ ਕਿਸੇ ਵੇਲੇ ਰੁੱਖਾਪਣ ਜ਼ਿੰਦਗੀ ਵਿੱਚ ਆਉਂਦਾ ਹੀ ਆ, ਤਾਂ ਮੇਰੇ ਹਿਸਾਬ ਨਾਲ ਉਹਨੂੰ ਤੁਸੀਂ ਕੱਟ ਕਰੋ, ਉਸੇ ਵੇਲੇ ਪਿੱਛੇ ਮੁੜੋ, ਤੇ ਜਿਹੜਾ ਹੈਗਾ ਆਪਣੀ ਮਨੁੱਖਤਾ ਦੇ ਭਲੇ ਵੱਲ ਨੂੰ ਸੋਚਣ ਜੇ ਤੁਸੀਂ ਜਾਓਗੇ, ਤਾਂ ਕੁਦਰਤੀ ਆ ਵੀ ਤੁਹਾਨੂੰ ਜਿਹੜੇ ਸ਼ਬਦ ਨੇ ਉਹ ਰਾਹ ਦਿੰਦੇ ਜਾਣਗੇ, ਤੇ ਉਹ ਟਾਈਮ ਸਿਰ ਆ ਕੇ ਤੁਹਾਡੇ ਜਿਹੜਾ ਹੈਗਾ ਰਚਨਾ ਦਾ ਹਿੱਸਾ ਬਣਨਗੇ। ਤੁਸੀਂ ਕਿਹਨਾਂ ਦਾ ਸਾਹਿਤ ਪੜ੍ਹਦੇ ਹੋ? ਕਿਹੜੇ ਸਾਹਿਤਕਾਰਾਂ ਨੂੰ ਜ਼ਿਆਦਾ ਪਸੰਦ ਕਰਦੇ ਹੋ? ਹਾਂਜੀ, ਮੈਂ ਐਕਚੁਅਲੀ ਦੇਖਿਆ ਜਾਵੇ ਤਾਂ ਨਾ, ਮੈਂ ਸਭ ਤੋਂ ਜ਼ਿਆਦਾ ਜਿਹੜੀ ਸਭ ਤੋਂ ਪਹਿਲਾਂ ਅਵੇਸਲੇ ਟਾਈਮ 'ਚ ਮੈਂ ਜਦੋਂ ਪੜ੍ਹੇ ਨੇ, ਉਦੋਂ ਤਾਂ ਮੈਂ ਨਾਵਲ ਜਸਵੰਤ ਸਿੰਘ ਕੰਵਲ ਤੇ ਨਾਨਕ ਸਿੰਘ ਦੇ ਹੀ ਪੜ੍ਹੇ ਨੇ, ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਰਸਾਲਾ ਬਹੁਤ ਪੜ੍ਹਿਆ, ਹੈ ਨਾ। ਤੇ ਐਮਏ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸਾਨੂੰ ਕਾਫੀ ਬੁੱਕਸ ਹੁੰਦੀਆਂ ਸੀਗੀਆਂ, ਜੀਵਨ ਜਾਚ ਵਗੈਰਾ, ਤੇ ਉਹ ਜਿਹੜੇ ਲੇਖ ਪੜ੍ਹ ਕੇ ਮੈਨੂੰ ਮਤਲਬ ਮੇਰੇ ਦਿਮਾਗ ਨੂੰ ਬਹੁਤ ਇਸ ਚੀਜ਼ ਦਾ ਚਾਨਣ ਹੋਇਆ। ਤੇ ਇੱਕ ਜਦੋਂ ਮੈਂ ਐਮਫਿਲ ਕਰਦੀ ਸੀ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ, ਉਸ ਵੇਲੇ ਮੈਂ ਪਹਿਲੀ ਵਾਰੀ ਦੇਖਿਆ ਵੀ ਜਿਹੜੀ ਕਿਤਾਬਾਂ ਦੀ ਦੁਨੀਆ ਇਹ ਬੜੀ ਵਧੀਆ ਚੀਜ਼ ਹੁੰਦੀ ਆ। ਬਈ ਮੈਂ ਲਾਇਬ੍ਰੇਰੀ ਦੇ ਅੰਦਰ ਪੈਰ ਪਾਉਣਾ, ਤੇ ਮੈਨੂੰ ਮਤਲਬ ਇੱਕ ਨਾ ਇਹੋ ਜਿਹਾ ਤਸੱਲੀ ਮਿਲਣੀ, ਚਾਅ ਚੜ੍ਹ ਜਾਣਾ ਵੀ ਮੈਂ ਪਤਾ ਨਹੀਂ ਕਿੱਥੇ ਆ ਗਈ। ਐਂ ਕਰਨਾ ਦਿਲ ਵੀ ਕਿਹੜੀ ਕਿਤਾਬ ਚੱਕ ਲਈਏ, ਕਿਹੜੀ ਰੱਖ ਦਈਏ, ਕਿਹੜੀ ਪੜ੍ਹ ਲਈਏ, ਹੈ ਨਾ। ਸਾਰੀਆਂ ਜਿਵੇਂ ਜੀ ਕਰੇ ਵੀ ਇੱਕੋ ਦਮ ਪੜ੍ਹ ਲਾਂ, ਵੀ ਆਪਦਾ ਸਾਰਾ ਜਿਹੜਾ ਹੈਗਾ ਪੜ੍ਹਨ ਲਿਖਣ ਦਾ ਚਾਅ ਪੂਰਾ ਕਰਾਂ। ਉੱਥੇ ਜਾ ਕੇ ਮਤਲਬ ਮੈਨੂੰ ਇਸ ਚੀਜ਼ ਦਾ ਜਿਹੜਾ ਹੈਗਾ ਜ਼ਿਆਦਾ ਮਹਿਸੂਸ ਹੋਇਆ ਸਾਹਿਤ ਦੇ ਨਾਲ ਜੁੜਨ ਦਾ। ਤੇ ਇਹ ਮੈਂ ਜਿਹੜੇ ਸਾਹਿਤਕਾਰ ਤੁਹਾਨੂੰ ਨਾਂ ਲਿਆ, ਇਹਨਾਂ ਦੀਆਂ ਰਚਨਾਵਾਂ ਮੈਂ ਬਚਪਨ ਦੇ ਵਿੱਚ ਪੜ੍ਹੀਆਂ। ਸੋਹਣ ਸਿੰਘ ਸੀਤਲ ਜੀ ਦੀ ਕਿਤਾਬ ਜਿਹੜੀ ਸਿੱਖ ਰਾਜ ਕਿਵੇਂ ਗਿਆ ਪੜ੍ਹਿਆ ਨਾ ਮੈਂ, ਉਹਦੇ ਵਿੱਚ ਜਿਹੜੇ ਦਰਦਨਾਕ ਉਹਨਾਂ ਦੇ ਗੀਤ ਸੀਗੇ, ਜਦੋਂ ਅੰਦਰ ਉਹਨੂੰ ਉਹਨਾਂ ਦੇ ਬੱਚਿਆਂ ਨੂੰ ਮਹਾਰਾਜਿਆਂ ਨੂੰ, ਤਾਂ ਉਹ ਮਾਂ ਕਿੱਦਾਂ ਵੈਣ ਪਾਉਂਦੀ ਆ ਬਾਹਰ, ਉਹ ਚੀਜ਼ਾਂ ਮੈਨੂੰ ਬੜੀਆਂ ਅੰਦਰੋਂ ਪਿੰਚ ਕਰਦੀਆਂ। ਭਾਵੇਂ ਮੈਂ ਉਹ 8ਵੀਂ ਜਮਾਤ 'ਚ ਪੜ੍ਹੀ ਸੀ, ਪਰ ਉਹ ਵੱਡੇ ਹੁੰਦਿਆਂ ਤੱਕ ਮੇਰੇ ਦਿਮਾਗ ਦੇ ਵਿੱਚ ਰਿਹਾ। ਕਰੁਣਾ ਭਾਵ ਜਿਹੜਾ ਹੈ, ਉਹ ਕਿਤਾਬ ਵੀ ਮੈਨੂੰ ਜਾਣੀ ਉਸ ਵੇਲੇ ਲੱਗੀ ਵੀ ਇਹ ਕਿੰਨਾ ਸੋਹਣਾ। ਤੇ ਮੋਹਨ ਸਿੰਘ ਦੀਆਂ ਜਿਹੜੀਆਂ ਕਵਿਤਾਵਾਂ ਪੜ੍ਹਨੀਆਂ, ਉਹ ਤਾਂ ਪੁੱਛੋ ਹੀ ਨਾ, ਮੈਨੂੰ ਇੰਨੀ ਵਧੀਆ ਲੱਗੀ। ਬਸੰਤ ਉਹਨਾਂ ਦੀ ਕਵਿਤਾ ਪੜ੍ਹ ਕੇ ਤਾਂ ਮੈਂ ਪਤਾ ਨਹੀਂ ਕਿੰਨਾ ਕੁ ਰੋਈ ਬਹੁਤ ਵਾਰੀ। ਇੱਦਾਂ ਇਹਨਾਂ ਸਾਹਿਤਕਾਰਾਂ ਦਾ ਜ਼ਿਆਦਾ। ਤੇ ਅੱਜ ਕੱਲ੍ਹ ਫਿਰ ਜਦੋਂ ਪੋਇਟਰੀ ਦੀਆਂ ਆਪਾਂ ਸੁਰਜੀਤ ਪਾਤਰ ਜੀ ਦੀ ਪੋਇਟਰੀ ਪੜ੍ਹਦੀ ਹਾਂ, ਮੈਨੂੰ ਰਵਿੰਦਰ ਭੱਠਲ ਜੀ ਦੀਆਂ ਖੁੱਲ੍ਹੀਆਂ ਕਵਿਤਾਵਾਂ ਬਹੁਤ ਅੱਛੀਆਂ ਲੱਗਦੀਆਂ ਨੇ। ਭਾਵੇਂ ਮੈਂ ਖੁੱਲ੍ਹੀ ਘੱਟ ਲਿਖਦੀ ਹਾਂ, ਪਰ ਮੈਂ ਉਹਨਾਂ ਦੀਆਂ ਕਵਿਤਾਵਾਂ ਖੁੱਲ੍ਹੀਆਂ ਜਦੋਂ ਪੜ੍ਹਦੇ ਹਾਂ, ਖਾਸ ਕਰਕੇ ਜਦੋਂ ਸੁਣਾਉਂਦੇ ਨੇ, ਤੇ ਉਹਦਾ ਜਾਣੀ ਫਿਰ ਜਿਹੜਾ ਅਸਲੀ ਪ੍ਰਭਾਵ ਆ ਤੁਹਾਡੇ 'ਤੇ ਪੈਂਦਾ, ਸੋਚ ਦਾ ਪੈਂਦਾ ਜਿਹੜੀ ਹੈ। ਤੇ ਇਸ ਕਰਕੇ ਮੇਰੀ ਬਸ ਮਤਲਬ ਸੋਚ ਜਿਹੜੀ ਸੀ ਉਹ ਥੋੜ੍ਹੀ ਜਿਹੀ ਇਸੇ ਪਾਸੇ ਹੀ ਰਹੀ ਵੀ ਕਾਣੀ ਵੰਡ ਜਿਹੜੀ ਹੈਗੀ ਆ ਸਮਾਜ ਦੇ ਵਿੱਚ, ਇਹ ਕਿਉਂ ਆ, ਚਾਹੇ ਘਰੇ ਪਰਿਵਾਰ 'ਚ ਆ, ਚਾਹੇ ਸਮਾਜ ਦੇ ਵਿੱਚ ਆ, ਚਾਹੇ ਪੋਲੀਟੀਕਲੀ, ਜੋ ਵੀ ਮਤਲਬ ਮੈਂ ਇਸ ਤਰ੍ਹਾਂ ਸੋਚਦੀ ਹਾਂ ਵੀ ਸਮਾਜ ਦੇ ਵਿੱਚ ਸਭ ਨੂੰ ਬਣਦਾ ਜਿਹੜਾ ਉਹਦਾ ਹਿੱਸਾ ਮਿਲਣਾ ਚਾਹੀਦਾ। ਇਹ ਸੋਚ ਮੇਰੇ ਅੰਦਰ ਘਰ ਕਰ ਗਈ ਹੋਈ ਆ, ਤੇ ਇਹ ਮੈਨੂੰ ਜ਼ਿਆਦਾ ਫਿਰ ਪ੍ਰੇਰਨਾ ਮਿਲਦੀ ਆ। ਚੰਗੀ ਕਿਤਾਬ ਤਾਂ ਮੈਨੂੰ ਹੁਣ ਵੀ ਮਤਲਬ ਜੇ ਕਿੱਧਰੋਂ ਮਿਲ ਜਾਵੇ ਤਾਂ ਮੈਂ ਹਰ ਕੁਛ ਕੱਟ ਕਰ ਗਿਆ। ਹੁਣੇ ਜਿਹੇ ਮੈਂ ਗੁਰਬਚਨ ਭੁੱਲਰ ਜੀ ਦੀ ਕਿਤਾਬ ਕੱਚੇ ਦੁੱਧ ਵਰਗੇ ਲੋਕ ਇੱਕ ਪੜ੍ਹੀ, ਬੜਾ ਮੈਂ ਹੈਰਾਨ ਆ ਵੀ ਇਹ ਕੱਚੇ ਦੁੱਧ ਵਰਗੇ ਲੋਕ ਤਾਂ ਹਜ਼ਾਰਾਂ ਹੀ ਜ਼ਿੰਦਗੀ ਦੇ ਵਿੱਚ ਅਸੀਂ ਦੇਖੇ, ਪਰ ਅਸੀਂ ਤਾਂ ਉਹਨਾਂ ਦੀ ਕਿਤੇ ਵਰਣਨ ਨਹੀਂ ਕੀਤਾ, ਹੈ ਨਾ। ਤੇ ਇਹ ਸਾਹਿਤਕਾਰ ਦੀ ਕਰਾਮਾਤ ਆ ਵੀ ਉਹ ਅੱਛੇ ਲੋਕਾਂ ਬਾਰੇ ਉਹਨੇ ਇੰਨੀ ਸੋਹਣੀ ਕਿਤਾਬ ਲਿਖੀ
ਤੇ ਤਾਂ ਅਸੀਂ ਪੜ੍ਹਦੇ ਹਾਂ ਤਾਂ ਉਹੋ ਜਿਹੇ ਜਿਹੜੇ ਜੇ ਉਹਨਾਂ ਨੇ ਚਾਚੇ ਮਾਮਿਆਂ ਨੇ ਗੱਲਾਂ ਕੀਤੀਆਂ ਸਾਡੇ ਘਰ ਘਰ ਨੇ। ਤੇ ਇਹ ਚੀਜ਼ ਆ ਵੀ ਸੰਵੇਦਨਾ ਤੁਹਾਡੇ ਅੰਦਰ ਜ਼ਰੂਰ ਕ੍ਰੀਏਟ ਹੋਣੀ ਚਾਹੀਦੀ ਹੈ। ਤੁਸੀਂ ਆਪਣਾ ਕੰਸਰਨ ਫੀਲ ਕਰੋ ਵੀ ਹਾਂ ਹਰ ਚੰਗੇ ਕੰਮ ਨਾਲ ਮੇਰਾ ਕੁਛ ਨਾ ਕੁਛ ਵਾਹ ਵਾਸਤਾ। ਇਹ ਚੀਜ਼ ਇੱਕ ਚੀਜ਼ ਜੋ ਅੱਜ ਕੱਲ੍ਹ ਆਮ ਪ੍ਰਚਲਿਤ ਹੈ ਕਿ ਅਜੋਕੇ ਸਮੇਂ ਵਿੱਚ ਜੋ ਸਾਹਿਤ ਰਚਿਆ ਜਾ ਰਿਹਾ ਹੈ ਉਹਦੇ ਵਿੱਚੋਂ ਜ਼ਿਆਦਾਤਰ ਸਾਹਿਤ ਜਿਹੜਾ ਹੈ ਕੱਟ ਕਾਪੀ ਪੇਸਟ ਹੈ ਕਿ ਬਹੁਤ ਸਾਰੇ ਅਜਿਹੇ ਸਾਹਿਤਕਾਰ ਹਨ ਜੋ ਦੂਜਿਆਂ ਦੇ ਸਾਹਿਤ ਨੂੰ ਪੜ੍ਹਦੇ ਆ, ਉਹਦੇ ਵਿੱਚੋਂ ਹੀ ਕੋਈ ਖਾਸ ਚੀਜ਼ਾਂ ਚੁਣਦੇ ਆ ਅਤੇ ਉਹਨਾਂ ਨੂੰ ਥੋੜ੍ਹੀ ਬਹੁਤੀ ਸ਼ਬਦਾਵਲੀ ਨੂੰ ਬਦਲ ਕੇ ਉਸੇ ਤਰੀਕੇ ਦੇ ਨਾਲ ਪੇਸ਼ ਕਰਕੇ ਆਪਣੇ ਨਾਮ ਨਾਲ ਪ੍ਰਕਾਸ਼ਿਤ ਕਰ ਲੈਂਦੇ ਆ। ਤੁਸੀਂ ਕਿੰਨਾ ਕੁ ਸਹਿਮਤ ਹੋ ਅਤੇ ਜੇ ਸਹਿਮਤ ਹੋ ਤਾਂ ਇਹ ਸਮੱਸਿਆ ਕਿਉਂ ਆ ਰਹੀ ਹੈ? ਦੇਖੋ ਮੈਂ ਨਾ ਇਹਦੇ ਵਿੱਚ ਮੈਂ ਕਦੇ ਬਹੁਤਾ ਡੂੰਘਾ ਨਹੀਂ ਗਈ, ਮੈਂ ਸੁਣਦੀ ਬਹੁਤ ਆ ਵੀ ਆਹ ਨਕਲ ਕੀਤੀ ਗਈ ਜਾਂ ਐਂ ਕੀਤੀ ਗਈ। ਇਹਦੇ 'ਚ ਨਾ ਮੇਰੇ ਇੱਕ ਵਿਚਾਰ ਮਨ 'ਚ ਆਉਂਦਾ ਹੁੰਦਾ ਵੀ ਨਕਲ ਕਰਨ ਵਾਲੇ ਤਾਂ ਸ਼ਾਇਦ ਥੋੜ੍ਹੇ ਹੋਣਗੇ ਜਿਹੜੇ ਜਾਣ ਕੇ ਨਕਲ ਕਰਦੇ ਹੋਣਗੇ। ਜਦੋਂ ਸਾਡੇ ਮਨ ਦੇ ਵਿੱਚ ਇੱਕ ਇਹੋ ਜਿਹਾ ਵਿਚਾਰ ਇੱਛਾ ਤੇਜ਼ ਕ੍ਰੀਏਟ ਹੋ ਜਾਵੇ ਵੀ ਮੈਂ ਵੀ ਸਾਹਿਤਕਾਰ ਬਣ ਜਾ, ਤੇ ਉਹਦੇ ਵਿੱਚ ਜਿਹੜਾ ਫਿਰ ਜੇ ਘਾਲਣ ਵਾਲਾ ਜਿਹੜਾ ਹੈਗਾ ਪੰਧ ਤੁਸੀਂ ਉਹਨੂੰ ਮਾਈਨਸ ਕਰਦੇ ਹੋ ਤਾਂ ਉਹ ਕਦੇ ਵੀ ਜਿਹੜਾ ਸਾਹਿਤ ਆ ਉਹ ਜ਼ਿੰਦਾ ਦਿਲੀ ਵਾਲਾ ਨਹੀਂ ਹੋਊਗਾ, ਪੂਰੀ ਉਹਦੇ ਵਿੱਚ ਜਿੰਦ ਜਾਨ ਨਹੀਂ ਪਊਗੀ ਨਕਲ ਕਰਕੇ ਜਣੀ ਜੇ ਅਸੀਂ ਕਿਸੇ ਕਰਨਾ ਚਾਹਾਂਗੇ। ਪਰ ਨਾਲ ਦੀ ਨਾਲ ਜਿਵੇਂ ਤੁਸੀਂ ਵੀ ਮੈਨੂੰ ਕੁਐਸਚਨ ਪੁੱਛਿਆ ਵੀ ਅਸਰ ਕਿਹਦਾ, ਅਸਰ ਜ਼ਰੂਰ ਹੋ ਜਾਂਦਾ। ਮੈਂ ਤੁਹਾਨੂੰ ਆਪਣੀ ਲਈ ਦੱਸਦੀ ਹਾਂ ਇੱਕ ਗੱਲ। 8ਵੀਂ ਜਮਾਤ ਦੇ ਵਿੱਚ ਮੈਂ ਇੱਕ ਕਵਿਤਾ ਅਸੀਂ ਪੜ੍ਹੀ ਸੀ, ਕਲਾਸ ਦੇ ਵਿੱਚ ਗਾਉਂਦੇ ਹੁੰਦੇ ਸੀ। ਉਹਦੀ ਇੱਕ ਮੇਨ ਲਾਈਨ ਸੀਗੀ ਮੈਂ ਉੱਚੀ ਉੱਚੀ ਬੋਲ ਕੇ ਲਾਉਂਦਾ ਹਾਂ ਟਾਰਾਂ, ਮੈਨੂੰ ਫੜ ਲਓ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ। ਊਧਮ ਸਿੰਘ ਜੀ ਕਹਿ ਰਹੇ ਨੇ ਉੱਥੇ ਗੋਲੀ ਮਾਰਨ ਤੋਂ ਬਾਅਦ ਵੀ ਮੈਨੂੰ ਫੜ ਲਓ, ਹੈ ਨਾ। ਉਹ ਮੈਨੂੰ ਤਾਂ ਇਹ ਦੋ ਲਾਈਨਾਂ ਤਾਂ ਯਾਦ ਰਹੀਆਂ 30 ਸਾਲ। ਤਾਂ ਜਦੋਂ ਮੈਂ ਆਪਣੇ ਇੱਥੇ ਭਾਰਤ ਨਗਰ ਸਕੂਲ ਦੇ ਵਿੱਚ ਲੁਧਿਆਣੇ ਪੜ੍ਹਾਉਂਦੀ ਸੀ ਤਾਂ ਊਧਮ ਸਿੰਘ 'ਤੇ ਕਵੀਸ਼ਰੀ ਤਿਆਰ ਕਰਵਾਉਣੀ ਸੀ ਬੱਚਿਆਂ ਨੂੰ। ਤਾਂ ਇਹ ਦੋ ਲਾਈਨਾਂ ਮੈਨੂੰ ਜਿਵੇਂ ਉਹੀ ਲੈ ਕੇ ਮੈਂ ਸਾਰੀ ਕਵੀਸ਼ਰੀ, ਹੁਣ ਮੈਨੂੰ ਬਾਕੀ ਨਾ ਯਾਦ ਆ ਨਾ ਮੈਂ ਊਧਮ ਸਿੰਘ ਬਾਰੇ ਜਿਵੇਂ ਮੈਂ ਪ੍ਰੇਰਨਾ ਸਰੋਤ ਇੱਕ ਕਵੀਸ਼ਰੀ ਬਹੁਤ ਵਧੀਆ ਲਿਖੀ ਅਤੇ ਬੱਚਿਆਂ ਨੂੰ ਉਹ ਦੇਤੀ। ਅਤੇ ਇਸੇ ਤਰ੍ਹਾਂ ਹੀ ਇੱਕ ਹੋਰ ਮੇਰੇ ਨਾਲ ਇੰਸੀਡੈਂਟ ਹੋਇਆ। ਮੈਂ ਇੱਥੇ ਆਪਣੇ ਲਲ ਤੋਂ ਫੰਕਸ਼ਨ ਹੁੰਦਾ ਹਰੀ ਸਿੰਘ ਦਿਲਵਰ ਦੀ ਯਾਦ ਦੇ ਵਿੱਚ ਸਾਲ ਬਾਅਦ ਮਨਾਉਂਦੇ ਆ। ਉੱਥੇ ਸੁਰਜੀਤ ਪਾਤਰ ਜੀ ਨੇ ਆਪਣੀ ਪੋਇਮ ਸੁਣਾਈ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ, ਮੈਨੂੰ ਅੰਬੜੀ ਨੇ ਦਿੱਤੀਆਂ ਨੇ ਲੱਖ ਝਿੜਕਾਂ, ਹੈ ਨਾ। ਅਤੇ ਉਹ ਜਦੋਂ ਮੈਂ ਸੁਣ ਕੇ ਮੈਂ ਤਾਂ ਸਕੂਟਰੀ 'ਤੇ ਘਰ ਨੂੰ ਆਉਂਦੀ ਹਾਂ ਤਾਂ ਮੇਰੇ ਮਨ ਦੇ ਵਿੱਚ ਉਹ ਜਿਹੜੀ ਟੋਨ ਸੀ ਉਹ ਹੁਣ ਮੈਨੂੰ ਨਹੀਂ ਪਤਾ ਕਿੰਨਾ ਕੁ ਉਹ ਰਚਨਾ ਬਲਵਾਨ ਸੀਗੀ, ਨਾ ਕਿ ਮੈਂ ਸਕੂਟਰ 'ਤੇ ਤੁਰੀ ਆਉਂਦੀ ਉਹਦੀ ਨਕਲ ਕਰਨ ਬੈਠੀ ਹੋਈ ਸੀ। ਤਾਂ ਮੈਨੂੰ ਇੱਕ ਮੁਖੜਾ ਦਿਮਾਗ ਦੇ ਵਿੱਚ ਇੱਕ ਦਿਨ ਆਇਆ ਅੱਜ ਅੰਬੜੀ 'ਤੇ ਦੁੱਖਾਂ ਦਾ ਪਹਾੜ ਟੁੱਟਿਆ। ਅਤੇ ਉਹ ਜਿਹੜੀ ਸੀਗੀ ਅੰਬੜੀ ਨੇ ਦੁੱਖਾਂ ਦਾ ਪਹਾੜ ਟੁੱਟਿਆ, ਉਹ ਆ ਮੇਰੀ ਮਿੱਟੀ ਬੋਲ ਵਈ ਕਿਤਾਬ ਦੇ ਵਿੱਚ ਹੈ। ਉਹ ਸੇਮ ਮੁਖੜਾ ਅਤੇ ਸੇਮ ਟੋਨ 'ਤੇ ਉਹ ਸਾਰੀ ਜਿਹੜੀ ਹੈਗੀ ਆ ਮੇਰਾ ਜਿਹੜੀ ਹੈਗੀ ਬੱਚਿਆਂ ਦੇ ਫੀਮੇਲ ਫੋਇਟੀਸਾਈਡ ਦੇ ਅਗੇਂਸਟ ਉਹ ਪੋਇਮ ਲਿਖੀ ਗਈ। ਅਤੇ ਉਹ ਪੋਇਮ ਮੇਰੇ ਸਕੂਲ ਦੇ ਬੱਚਿਆਂ ਨੇ ਰੱਜ ਰੱਜ ਗਾਈ, ਵਾਰ ਪ੍ਰਾਈਜ਼ ਲਿਆਂਦੇ। ਜਦੋਂ ਉਹ ਮੈਂ ਆਪਣੀ ਕਿਤਾਬ ਇਹਦੇ ਵਿੱਚ ਛਾਪੀ ਤਾਂ ਮੈਂ ਫਿਰ ਉਸ ਗੀਤ ਨੂੰ ਸਮਰਪਣ ਉੱਪਰ ਲਿਖਿਆ ਵੀ ਇਹ ਮੇਰਾ ਗੀਤ ਆ ਜਿਹੜਾ ਸੁਰਜੀਤ ਪਾਤਰ ਜੀ ਦੀ ਉਸ ਰਚਨਾ ਨੂੰ ਸਮਰਪਿਤ ਆ। ਅਤੇ ਇਹ ਗੱਲ ਇਹ ਆ ਵੀ ਵਧੀਆ ਰਚਨਾ ਕਈ ਵਾਰੀ ਥੋੜ੍ਹਾ ਜਿਹਾ ਅਸਰ ਹੀ ਇੰਨਾ ਪਾ ਜਾਂਦੀ ਆ ਵੀ ਤੁਸੀਂ ਉਹਦੀਆਂ ਗੱਲਾਂ ਦੁਬਾਰਾ ਬੋਲ ਜਾਂਦੇ। ਹੁਣ ਦੇਖੋ ਬਚਪਨ ਦੇ ਵਿੱਚ ਜੇ ਕਿਤੇ ਦਮੋਦਰ ਦੀ ਹੀਰ ਵੀ ਪੜ੍ਹੀ ਹੋਊਗੀ, ਹਾਸ਼ਮ ਦੀ ਹੀਰ ਵੀ ਪੜ੍ਹੀ ਹੋਊਗੀ, ਉਹਦੇ ਵਿੱਚ ਮੁਹਾਵਰਿਆਂ ਵਰਗੀਆਂ ਕੋਈ ਲਾਈਨਾਂ ਹੋਣਗੀਆਂ, ਹੈ ਨਾ। ਉਹ ਇਹ ਯਾਦ ਤਾਂ ਕਈ ਵਾਰੀ ਹੁੰਦਾ ਹੀ ਨਹੀਂ ਵੀ ਮੈਂ ਕਿੱਥੋਂ ਪੜ੍ਹੀ ਆ। ਜੇ ਇੱਕ ਅੱਧੀ ਲਾਈਨ ਕਿਤੇ ਦੋ ਤੁਸੀਂ ਸੇਮ ਕਿਵੇਂ ਆ ਜਾਂਦੀ ਆ ਉਸੇ ਤਰ੍ਹਾਂ ਹੀ, ਤਾਂ ਉਹ ਤੁਸੀਂ ਉਹਨੂੰ ਨਕਲ ਨਹੀਂ ਕਿਹਾ ਜਾ ਸਕਦਾ। ਉਹ ਉਸ ਰਚਨਾ ਦਾ ਜਿਹੜਾ ਹੈ ਪ੍ਰਭਾਵ ਆ, ਉਹਦੀ ਵਿਸ਼ੇਸ਼ਤਾ ਜਿਹੜੀ ਰਚਨਾ ਤੁਹਾਡੇ ਅੰਦਰ ਬੈਠੀ ਆ। ਪਰ ਹਾਂ ਕਰਦੇ ਆ ਇਹ ਚੀਜ਼ ਵੀ ਜਿਹੜੀਆਂ ਸੇਮ ਟੋਨ 'ਤੇ ਸੇਮ ਉਹ 'ਤੇ ਲਿਖ ਕੇ ਮਤਲਬ ਵੀ ਉਸੇ ਵਰਗੀ ਲਾਈਨ ਬਣਾਉਣੀਆਂ ਕਰ ਦਿੰਦੇ। ਮੈਂ ਤੁਹਾਨੂੰ ਆਪਣੀ ਇੱਕ ਦੱਸ ਦਿੰਦੀ ਹਾਂ। ਇੱਕ ਮੇਰੀ ਇਹਦੇ ਜਿਹੜੀ ਹੈ ਮਿੱਟੀ ਬੋਲ ਪਈ ਕਿਤਾਬ ਆ ਨਾ, ਇਹਦੇ ਵਿੱਚ ਇੱਕ ਪੋਇਮ ਆ ਮੇਰੀ ਮਾਂ ਦੇ ਰੋਂਦੇ ਨੈਣ ਪਤਾ ਨਹੀਂ ਕੀ ਕਿਸ ਨੂੰ ਕਹਿਣ। ਉਹ ਚੀਜ਼ ਜਿਹੜੀ ਸੀਗੀ ਉਹ ਕਿਸੇ ਮੈਂ ਤਾਂ ਕਿਤਾਬ ਹਲੇ ਛਪਾ ਕੇ ਮੇਰੀ ਘਰੇ ਹੀ ਪਈ ਆ, ਮੈਂ ਕਦੇ ਉਹਨੂੰ ਬਾਹਰ ਕਿਤੇ ਕੀਤਾ ਹੀ ਨਹੀਂ ਸੀ, ਉਹਦਾ ਵਾਤਾ ਲੋਕਾਂ ਦੇ ਵਿੱਚ ਲੈ ਕੇ ਨਹੀਂ ਗਈ। ਤਾਂ ਇੱਕ ਹੋਰ ਕਿਤਾਬ ਕਿਸੇ ਨੇ ਛਪਾਈ, ਉਹਦੇ ਵਿੱਚ ਉਹਦੇ ਵਰਗੀ ਸੇਮ ਉਸੇ ਟੋਨ 'ਤੇ ਮੇਰੀ ਮਾਂ ਵਾਲੇ ਗੀਤ ਲਿਖਿਆ ਹੋਇਆ ਬਿਲਕੁਲ ਉਸੇ ਤਰ੍ਹਾਂ ਵੀ ਉਹ ਪਹਿਲਾਂ ਛਪ ਗਿਆ ਜਾਂ ਉਹ ਲੋਕਾਂ 'ਚ ਬਹੁਤ ਛੇਤੀ ਚਲੇ ਗਿਆ। ਅਤੇ ਮੇਰੇ ਹਸਬੈਂਡ ਹੀ ਕਹਿੰਦੇ ਸੀ, ਕਹਿੰਦੇ ਲੋਕ ਤੈਨੂੰ ਕਹਿਣਗੇ ਵੀ ਤੂੰ ਨਕਲ ਮਾਰੀ ਆ, ਹੈ ਨਾ।
ਤੇ ਉਹ ਚੀਜ਼ ਕਈ ਵਾਰੀ ਹੁੰਦੀ ਆ ਕਾਪੀ, ਉਹ ਚੀਜ਼ ਜਦੋਂ ਸਾਹਮਣੇ ਆ ਜਾਂਦੀ ਆ ਲੱਗਦਾ ਤਾਂ ਫਿਰ ਬੁਰਾ ਹੀ ਆ ਨਾ, ਚਾਹੀਦਾ ਨਹੀਂ ਇਹ ਚੀਜ਼ ਨਾ। ਬਿਲਕੁਲ ਨਵਾਂ ਸਿਰਜਣ ਦਾ ਜਿਹੜਾ ਅੰਦਰ ਜੇ ਚਾਹ ਜਾਂ ਹਿੰਮਤ, ਉਹ ਜਿਹੜੀ ਹੈਗੀ ਆ ਉਹ ਕੁਰਬਾਨੀ ਦਿਓ, ਉਹਨਾਂ ਪੜੋ ਤੇ ਉਹਦੇ ਨਾਲ ਜੀਵੋ ਰਚਨਾ ਨਾਲ, ਫਿਰ ਤੁਸੀਂ ਕ੍ਰੀਏਟ ਕੁਝ ਕਰ ਸਕਦੇ ਹੋ। ਮੈਂ ਪੜ੍ਹਿਆ ਸੀਗਾ ਇਹਨਾਂ ਦਾ ਹੀ ਲਿਖਿਆ ਹੋਇਆ ਸੀ, ਗੁਰਬਚਨ ਭੁੱਲਰ ਜੀ ਦਾ ਵੀ, ਰਚਨਾ ਜਦੋਂ ਕੋਈ ਰਚਦੇ ਆ ਉਹਦੇ ਵਿੱਚ ਦੀ ਲੰਘਣਾ ਪੈਂਦਾ। ਤੇ ਇਹ ਬਿਲਕੁਲ ਵਿੱਚ ਦੀ ਲੰਘਣ ਵਾਲੀ ਗੱਲ ਆ। ਜੇ ਤੁਸੀਂ ਹਾਲਾਤ ਦੇ ਵਿੱਚੋਂ ਆਪਣੇ ਮਾਈਂਡ ਨੂੰ ਨਹੀਂ ਨਾ ਕੱਢਦੇ, ਉਸੇ ਤਰ੍ਹਾਂ ਤੁਸੀਂ ਉਹਨੂੰ ਆਪਣਾ ਨਹੀਂ ਲੈਂਦੇ, ਅੰਦਰ ਤੁਹਾਡੇ ਮਹਿਸੂਸ ਨਹੀਂ ਕਰਦੇ, ਤਾਂ ਸੋਹਣੀ ਰਚਨਾ ਨਹੀਂ ਬਣੂਗੀ, ਕੱਚ ਘਰੜੀ ਹੋਊਗੀ ਉਹ ਹਮੇਸ਼ਾ। ਮੈਮ ਗੁਫ਼ਤਗੂ ਜਾਰੀ ਰੱਖਾਂਗੇ, ਪਰ ਪਹਿਲਾਂ ਇੱਕ ਗੀਤ ਤੁਹਾਡੇ ਤੋਂ ਸੁਣਨਾ ਚਾਹਾਂਗੇ, ਉਹ ਗੀਤ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ। ਹਾਂਜੀ, ਇਹ ਗੀਤ ਆ, ਇਹ ਬਿਲਕੁਲ ਸੱਚਾ ਵੀ ਕਹਿ ਲਓ ਤੁਸੀਂ। ਮੈਂ ਬੜੇ ਗੀਤ ਗਾਏ ਆ, ਛੋਟੇ ਹੁੰਦੇ ਨੇ ਮੇਰੀ ਮੰਮੀ ਨੇ ਮੈਨੂੰ ਤਿਆਰ ਕਰਕੇ ਦਿੱਤੇ, ਤੇ ਅਸੀਂ ਝੰਡੇ ਦੇ ਗੁਣ ਵੀ ਬਹੁਤ ਗਾਏ, ਸਰਕਾਰਾਂ ਦੇ ਵੀ ਬੜੇ ਗਾਏ। ਬੋਲਦੀਆਂ ਕੁੰਜਾਂ ਕਿਤੇ ਬੋਲਦੇ ਨੇ ਮੋਰਨੀ, ਦੇਸ਼ ਮੇਰਾ ਹੋ ਗਿਆ ਏ ਹੋਰ ਦਾ ਏ ਹੋਰ ਨਹੀਂ, ਛੋਟੇ ਹੁੰਦਿਆਂ ਨੇ ਇਹ ਗਾਏ। ਪਰ ਜਦੋਂ ਵੱਡੇ ਹੋ ਕੇ ਸਮਝ ਆਈ ਵੀ ਅਸੀਂ ਪ੍ਰਾਪਤ ਤਾਂ ਕੁਛ ਨਹੀਂ ਕੀਤਾ, ਤਾਂ ਮੈਂ ਇੱਦਾਂ ਦੇ ਗੀਤ ਵੀ ਲਿਖੇ, ਮੈਂ ਤੁਹਾਨੂੰ ਸੁਣਾਉਣ ਲੱਗੀ ਹਾਂ। ਮੇਰੇ ਬਾਬੇ ਨੇ ਵੀ ਗਾਇਆ, ਮੇਰੇ ਬਾਪੂ ਨੇ ਵੀ ਗਾਇਆ ਨੀ ਆਜ਼ਾਦੀ ਵਾਲਾ ਗੀਤ, ਮੈਂ ਵੀ ਨੱਚ ਨੱਚ ਗਾਇਆ। ਕਦੇ ਤੀਆਂ ਵਿੱਚ ਗਾਇਆ, ਕਦੇ ਮੇਲੇ ਵਿੱਚ ਗਾਇਆ ਨੀ, ਮੇਰੀ ਦੇਖ ਕੇ ਨਾਦਾਨੀ ਮੇਰਾ ਪੁੱਤ ਕੁਰਲਾਇਆ ਨੀ, ਪੁੱਤ ਕੁਰਲਾਇਆ ਨੀ। ਪੁੱਛਦਾ ਏ ਕਾਦਾ ਮਾਂ ਚੜਿਆ ਏ ਚਾਨੀ, ਕਾਈਆਂ ਦੇ ਪੁੱਤਰਾਂ ਨੇ ਖੋਤਣਾ ਏ ਕਹਾਣੀ। ਇੱਕ ਚੋਰ ਗਿਆ ਕਹਿੰਦਾ ਦੂਜਾ ਗਿਆ ਆਨੀ, ਕਰੀ ਨਾ ਤੁਮਾਏ ਇਹਦਾ ਪੂਰਾ ਵੀ ਵਸਾਨੀ, ਪੂਰਾ ਵੀ ਵਸਾਨੀ। ਦਸ ਮਾਂ ਆਜ਼ਾਦੀ ਨੇ ਹੈ ਕਿਹੜਾ ਰੰਗ ਲਾਇਆ ਨੀ, ਮੇਰੀ ਦੇਖ ਕੇ ਨਾਦਾਨੀ ਮੇਰਾ ਪੁੱਤ ਕੁਰਲਾਇਆ ਨੀ। ਮਿਲੀਏ ਆਜ਼ਾਦੀ ਕਾਦੀ ਅਛਰੂ ਲੋਹਾਰ ਨੂੰ, ਉਹਨੇ ਕਿਹੜਾ ਫੂਕਣਾ ਇਹ ਟਾਟੇ ਵਾਲੀ ਕਾਰ ਨੂੰ। ਕਿਵੇਂ ਦੱਸ ਝੁੱਕੀ ਫਿਰੇ ਫੁੱਲਾਂ ਵਾਲੇ ਹਾਰ ਨੂੰ, ਕਿਵੇਂ ਪਰਣਾਵੇ ਬੈਠੀ ਧੀ ਮੁਟਿਆਰ ਨੂੰ, ਕਿਵੇਂ ਪਰਣਾਵੇ ਬੈਠੀ ਧੀ ਮੁਟਿਆਰ ਨੂੰ। ਅੱਗ ਵਿੱਚ ਮਚਣੇ ਨੂੰ ਜੱਗ ਤੇ ਹੈ ਆਇਆ ਨੀ, ਮੇਰੀ ਦੇਖ ਕੇ ਨਾਦਾਨੀ ਮੇਰਾ ਪੁੱਤ ਕੁਰਲਾਇਆ ਨੀ, ਪੁੱਤ ਕੁਰਲਾਇਆ ਨੀ। ਕੂੜੇ ਨੀ ਸਰਾਵਾਂ ਵਾਲੇ ਖਾਂਦੇ ਨੇ ਬਦਾਮ ਨੀ, 7 ਤਾਰੇ ਹੋਟਲਾਂ 'ਚ 7 ਰੰਗੀ ਸ਼ਾਮ ਨੀ। ਉੱਚੇ ਲੋਕ ਟਾਰਿਆਂ ਦੀ ਖਿੱਚਦੇ ਲਗਾਮ ਨੀ, ਜੰਮਦੇ ਗੁਲਾਮ ਜਿਹੜੇ ਮਰਦੇ ਗੁਲਾਮ ਨੀ, ਜੰਮਦੇ ਗੁਲਾਮ ਜਿਹੜੇ ਮਰਦੇ ਗੁਲਾਮ ਨੀ। ਕਿਸੇ ਨੇ ਨਾ ਟਾਰਿਆਂ 'ਚ ਦੀਵਾ ਵੀ ਜਗਾਇਆ ਨੀ, ਮੇਰੀ ਦੇਖ ਕੇ ਨਾਦਾਨੀ ਮੇਰਾ ਪੁੱਤ ਕੁਰਲਾਇਆ ਨੀ। ਲਾਲ ਕਿਲੇ ਦੀਆਂ ਮਾਏ ਗੱਲਾਂ ਵਿੱਚ ਆਈ ਨਾ, ਝੂਠੇ ਲਾਰਿਆਂ ਤੇ ਐਵੇਂ ਤਾੜੀਆਂ ਵਜਾਈ ਨਾ। ਅੱਜ ਤੋਂ ਆਜ਼ਾਦੀ ਵਾਲਾ ਗੀਤ ਕੋਈ ਗਾਈ ਨਾ, ਤਾਜਾਂ ਵਾਲਿਆਂ ਦਾ ਮਾਏ ਹਾਸਾ ਬਣ ਜਾਈ ਨਾ, ਹਾਸਾ ਬਣ ਜਾਈ ਨਾ। ਰੋ ਰੋ ਕੇ ਲਾਲ ਮੇਰੇ ਮੈਨੂੰ ਸਮਝਾਇਆ ਨੀ, ਮੇਰੀ ਦੇਖ ਕੇ ਨਾਦਾਨੀ ਮੇਰਾ ਪੁੱਤ ਕੁਰਲਾਇਆ ਨੀ, ਪੁੱਤ ਕੁਰਲਾਇਆ ਨੀ, ਪੁੱਤ ਕੁਰਲਾਇਆ ਨੀ। ਮੈਮ, ਜਿਵੇਂ ਤੁਸੀਂ ਆਪਣੀ ਪਰਿਵਾਰ ਤੋਂ ਇਹ ਸਾਰਾ ਕੁਝ ਸਿੱਖਿਆ ਸੀ, ਤੁਹਾਡੇ ਮਾਤਾ ਜੀ ਦਾ ਸਾਹਿਤ ਦੇ ਨਾਲ ਬਹੁਤ ਜ਼ਿਆਦਾ ਲਗਾਅ ਸੀ, ਤੁਹਾਡਾ ਸਾਹਿਤ ਦੇ ਨਾਲ ਬਹੁਤ ਜ਼ਿਆਦਾ ਲਗਾਅ ਹੈ, ਕੀ ਤੁਹਾਡੇ ਬੱਚਿਆਂ ਦਾ ਵੀ ਸਾਹਿਤ ਦੇ ਨਾਲ ਲਗਾਅ ਹੈ, ਉਹ ਵੀ ਲਿਖਦੇ ਨੇ?
ਦੇਖੋ ਮੇਰੇ ਬੇਟੇ ਨੂੰ ਤਾਂ ਬਹੁਤ ਸ਼ੌਕ ਆ ਕਿਤਾਬਾਂ ਪੜ੍ਹਨ ਦਾ ਤੇ ਲਿਖਣ ਦਾ ਵੀ। ਉਹਦੀ ਇੱਕ ਤਾਂ ਗੀਤ ਤਕਰੀਬਨ ਕਿਤਾਬ ਜਿੰਨੇ ਇੱਥੇ ਮੇਰੇ ਕੋਲੇ ਹੀ ਪਏ ਨੇ। ਮੈਂ ਥੋੜਾ ਚਾਹੁੰਦੀ ਆ ਉਹਦੀ ਹਾਂ ਲੈ ਲਵਾਂ, ਉਹਦੇ ਵਿੱਚ ਕੋਈ ਜੇ ਚੇਂਜ ਵਗੈਰਾ ਜਿਵੇਂ ਉਹ ਕੁਝ ਕਰਨੀ ਚਾਹੁੰਦਾ ਤਾਂ ਕਰ ਲਵੇ, ਉਹ ਛਪ ਸਕਦੀ ਆ। ਉਹ ਗੀਤ ਗਾਉਂਦਾ ਵੀ ਬਹੁਤ ਸੋਹਣਾ ਤੇ ਲਿਖਦੇ ਵੀ ਸੋਹਣੇ ਆ, ਸੋਹਣਾ। ਪੰਜਾਬ ਦੀ ਧਰਤੀ ਬਾਰੇ ਉਹਨੇ ਵੀ ਬੜਾ ਸੋਹਣਾ ਗੀਤ ਇੱਕ ਲਿਖਿਆ ਸੀ, ਧਰਤੀ ਪੰਜ ਦਰਿਆਵਾਂ ਦੀ ਜੋ ਹੈ ਦੁਨੀਆ ਦੀ ਰਾਣੀ, ਕਹਿੰਦੀ ਲਿਖਣ ਵਾਲੇ ਹੋਵੇ ਮੇਰੀ ਲਿਖਿਓ ਇੱਕ ਕਹਾਣੀ। ਸੋਹਣਾ ਗਾਇਆ ਸੀ ਉਹਨੇ। ਤੇ ਉਹ ਕਿਤਾਬਾਂ ਵੀ ਪੜ੍ਹਨ ਦਾ ਸ਼ੌਕੀਨ ਆ। ਆਪਣੇ ਸ਼ਿਪ ਤੇ ਨਾ ਕਿਤਾਬਾਂ ਲੈ ਜਾਊਗਾ ਨਾਲ ਪੜ੍ਹਨ ਵਾਸਤੇ ਤੇ ਮੁੜ ਕੇ ਆਉਂਦਾ, ਮਤਲਬ ਉਹਨੂੰ ਹੁੰਦਾ ਵੀ ਮੇਰੀਆਂ ਕਿਤਾਬਾਂ ਜ਼ਰੂਰ ਵਾਪਸ ਚੱਲ ਜਾਣ। ਇਹਨਾਂ 'ਚ ਬਹੁਤ ਕਿਤਾਬਾਂ ਨੇ ਜਿਹੜੀਆਂ ਉਹ ਪੜ੍ਹ ਕੇ ਵਾਪਸ ਇੱਥੇ ਰੱਖ ਕੇ ਗਿਆ। ਤੇ ਬੇਟੀ ਮੇਰੀ ਉਹਦਾ ਲਿਟਰੇਚਰ ਇੰਗਲਿਸ਼ 'ਚ ਉਹਨੇ MA ਕੀਤੀ ਆ। ਅੱਛਾ ਸੁਣਨ ਦਾ ਸ਼ੌਕ, ਥੋੜ੍ਹਾ ਬਹੁਤਾ ਗਾਉਂਦੀ ਵੀ ਆ, ਉਹਨੂੰ ਵੀ ਸੀ। ਪਰ ਉਹਨੂੰ ਚਾਅ ਬਹੁਤ ਸੀਗਾ ਵੀ ਮੇਰੀ ਮੰਮੀ ਦੀ ਕਿਤਾਬ ਛੇਤੀ ਛਪੇ। MA ਦੇ ਵਿੱਚ ਜਦੋਂ ਪੜ੍ਹਦੀ ਸੀ ਤੇ ਮੇਰੇ ਹਸਬੈਂਡ ਉਸੇ ਕਾਲਜ ਹੀ ਪੜ੍ਹਾਉਂਦੇ ਸੀ, ਤਾਂ ਇਹਨਾਂ ਨੇ ਪਿਓ ਧੀ ਨੇ ਮੇਰੀ ਕਿਤਾਬ ਉਹ ਛਪਾਉਣ ਵਿੱਚ ਮੈਨੂੰ ਖੁੱਲ੍ਹਾ ਟਾਈਮ ਵੀ ਦਿੱਤਾ ਤੇ ਮੈਨੂੰ ਹੱਲਾਸ਼ੇਰੀ ਵੀ ਦਿੱਤੀ ਵੀ ਤੁਸੀਂ ਆਪਣਾ ਲਿਖੋ ਤੇ ਛਪਾਓ। ਹੁਣ ਵੀ ਮਤਲਬ ਜਿਹੜਾ ਹੈ ਇਹ ਨੂੰਹ ਵੀ ਮੇਰੀ ਕਾਫੀ ਹਿੰਮਤ ਹੈ ਇਹਦੇ ਵਿੱਚ, ਇਸ ਗੱਲ ਨੂੰ ਮੈਨੂੰ ਮਤਲਬ ਜਿਹੜਾ ਹੈ ਹੌਸਲਾ ਦਿੰਦੀ ਆ ਵੀ ਤੁਸੀਂ ਮੰਮੀ ਲਿਖੋ ਤੇ ਆਪਣਾ ਜਾਂ YouTube ਤੇ ਪਾਓ ਕੁਛ, ਹੈ ਨਾ। ਬੱਚਿਆਂ ਨੇ ਮੈਨੂੰ ਕਾਫੀ ਉਤਸ਼ਾਹ ਦਿੱਤਾ ਇਸ ਗੱਲ ਦੇ ਵਿੱਚ ਤੇ ਤਾਂ ਹੀ ਮੇਰੀਆਂ ਜਿਹੜੀਆਂ ਹੈਗੀਆਂ ਨੇ ਇੱਛਾਵਾਂ ਹਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਮੈਡਮ ਹੁੰਦੀਆਂ ਰਹਿਣਗੀਆਂ ਜੀ। ਬਿਲਕੁਲ, ਇਨਸ਼ਾਅੱਲਾ ਅਸੀਂ ਵੀ ਚਾਹੁੰਦੇ ਹਾਂ ਕਿ ਤੁਹਾਡੀਆਂ ਜਿਹੜਾ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹਿਣ। ਜੋ ਤੁਸੀਂ ਆਪਣੀਆਂ ਰਚਨਾਵਾਂ ਦੇ ਰਾਹੀਂ ਸਮਾਜ ਦੇ ਵਿੱਚ ਇੱਕ ਸੇਧ ਦੇਣਾ ਚਾਹੁੰਦੇ ਹੋ, ਉਹ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇ, ਕਿਉਂਕਿ ਤੁਹਾਡੀਆਂ ਜ਼ਿਆਦਾਤਰ ਰਚਨਾਵਾਂ, ਜਿਵੇਂ ਤੁਸੀਂ ਹੀ ਕਿਹਾ ਹੈ, ਕਹਾਣੀ ਵੰਡ ਨੂੰ ਲੈ ਕੇ ਹੈ ਕਿ ਸਾਡੇ ਸਮਾਜ ਦੇ ਵਿੱਚ ਵੰਡ ਨਹੀਂ ਹੋਣੀ ਚਾਹੀਦੀ, ਚਾਹੇ ਆਰਥਿਕ ਅਧਿਕਾਰ ਹੋਵੇ, ਚਾਹੇ ਸਮਾਜਿਕ ਤੇ ਚਾਹੇ ਰਾਜਨੀਤਿਕ ਅਧਿਕਾਰ ਹੋਵੇ। ਮੈਡਮ ਭਵਿੱਖ ਵਿੱਚ ਕੀ ਸੁਪਨੇ ਨੇ, ਕੀ ਸੁਪਨੇ ਦੇਖੇ ਨੇ ਹੁਣ ਤੁਸੀਂ ਕਿ ਅੱਗੋਂ ਕੀ ਕਰਨਾ ਚਾਹੁੰਦੇ ਹੋ? ਕਿਉਂਕਿ ਤੁਹਾਡਾ ਸਾਹਿਤਕ ਸਫ਼ਰ ਮੇਰੇ ਖਿਆਲ ਨਾਲ ਹਜੇ ਸ਼ੁਰੂ ਹੋਇਆ ਹੈ ਤੇ ਹਜੇ ਬਹੁਤ ਲੰਬਾ ਪੈਂਡਾ ਤੁਸੀਂ ਪਾਰ ਕਰਨਾ ਹੈ। ਕੀ ਸੋਚਿਆ ਹੈ? ਇਹ ਤੇਰੇ ਮੂੰਹ ਵਿੱਚ ਕਹਿੰਦੇ ਹੁੰਦੇ ਨੇ ਖੰਡ ਮਿਸ਼ਰੀ, ਅਸੀਂ ਕਹਿੰਦੇ ਹਾਂ ਜੇ ਪੂਰੀ ਹੋਵੇ। ਮੇਰੀ ਇੱਛਾ ਤਾਂ ਬਹੁਤ ਆ, ਮੈਂ ਮਤਲਬ ਵੀ ਜੋ ਵੀ ਮੇਰੇ ਮਨ ਦੇ ਵਿੱਚ ਵਿਚਾਰ ਆਵੇ ਤਾਂ ਲਿਖਣਾ। ਮੈਂ ਇਹ ਦਾਅਵਾ ਤਾਂ ਨਹੀਂ ਕਰਦੀ ਮੈਂ ਬਹੁਤ ਵੱਡੇ ਵਿਚਾਰਾਂ ਦੀ ਮਾਲਕ ਹਾਂ, ਪਰ ਮੈਂ ਕਲਮਬੱਧ ਕਰਨ ਨੂੰ ਮੇਰਾ ਜੀਅ ਕਰਦਾ ਜੋ ਵੀ ਮੇਰੇ ਅੰਦਰ ਜਜ਼ਬਾਤ ਆਉਂਦੇ ਨੇ। ਤੇ ਮੈਂ ਵੀ ਫੀਲ ਕਰਦੀ ਹਾਂ ਵੀ ਜਿਹੜਾ ਅੰਦਰਲਾ ਜਵਾਰ ਭੱਟ ਆ ਉਹ ਕਵਿਤਾਵਾਂ ਵਿੱਚ ਨੀਵੀਂ ਨਹੀਂ ਆਉਣਾ ਉਹਨਾਂ। ਮੈਂ ਹੁਣ ਆਪਣੀਆਂ ਜਿਹੜੀਆਂ ਪੁਰਾਣੀਆਂ 20-25 ਸਾਲ ਪਹਿਲਾਂ, ਉਦੋਂ ਵੀ ਜ਼ਿਆਦਾ ਹੋ ਗਈਆਂ, 30 ਸਾਲ ਹੋ ਗਏ ਹੋਣਗੇ, ਕਹਾਣੀਆਂ ਉਹ ਕੱਢੀਆਂ, ਪੀਲੇ ਕਾਗਜ਼ ਹੋਏ ਹੋਏ ਨੇ। ਉਹਨਾਂ ਨੂੰ ਮੈਂ ਸੋਚਦੀ ਹਾਂ ਵੀ ਹੁਣ ਦੇ ਸਮੇਂ ਮੁਤਾਬਕ ਜੇ ਉਹਨਾਂ 'ਚ ਕੁਛ ਚੇਂਜ ਮਾੜੀ ਮੋਟੀ ਜੀ ਕਰਨੀ ਹੋਊਗੀ ਤੇ ਕਰਕੇ ਮੈਂ ਉਹ ਛਪਵਾਵਾਂ। ਤੇ ਜਾਂ ਜਿਹੜੇ ਮੈਨੂੰ ਰੋਜ਼ ਵਿਚਰਦਿਆਂ ਜ਼ਿੰਦਗੀ ਦੇ ਵਿੱਚ ਕੌੜੇ ਮਿੱਠੇ ਤਜਰਬੇ ਹੁੰਦੇ ਨੇ, ਉਹਨਾਂ ਨੂੰ ਮੈਂ ਕਿਤੇ ਕਿਸੇ ਕਿਤਾਬ ਦੀ ਸ਼ਕਲ ਵਿੱਚ ਦੇ ਸਕਾਂ ਤਾਂ ਮੈਂ ਧੰਨ ਭਾਗ ਸਮਝੂੰਗੀ ਆਪਣੇ। ਤੇ ਇਹ ਮੇਰਾ ਹੈ ਵੀ ਮੈਂ ਲਿਖਦੀ ਰਵਾਂ, ਪੜ੍ਹਦੀ ਰਵਾਂ ਜੀ। ਹਾਂਜੀ ਮੈਮ, ਚਾਹੁੰਦੇ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ? ਮੈਂ ਇਹੀ ਕਹੂੰਗੀ ਵੀ ਆਪਣੇ ਹਿੱਸੇ ਦਾ ਯੋਗਦਾਨ ਸਮਾਜ ਨੂੰ ਉੱਚਾ ਚੱਕਣ ਲਈ, ਸਮਾਜ ਦੇ ਭਲੇ ਲਈ ਜ਼ਰੂਰ ਪਾਓ। ਕਿਸੇ ਫੀਲਡ ਵਿੱਚ ਵੀ ਹੋ ਤੁਸੀਂ, ਫਿਜ਼ੀਕਲੀ ਕੰਮ ਕਰ ਸਕਦੇ ਹੋ ਉਹ ਕਰੋ, ਜੇ ਤੁਸੀਂ ਕਮਾਈ ਕਰਕੇ ਆਪਣੀ ਕਿਸੇ ਦਾ ਜੀਵਨ ਉੱਚਾ ਚੱਕ ਸਕਦੇ ਹੋ ਉਹ ਕਰੋ, ਜਿਸ ਤਰ੍ਹਾਂ ਵੀ ਦੂਜੇ ਨੂੰ ਕਿਸੇ ਨੂੰ ਅਪਲਿਫਟ ਦੇ ਸਕਦੇ ਹੋ। ਬੜਾ ਕੁਛ ਪਿਆ ਗਰੀਬੀ ਦੇ ਵਿੱਚ ਦਬਿਆ। ਕਿਸੇ ਕੋਈ ਟੈਲੈਂਟਡ ਬੱਚਾ ਕੋਈ ਪੜ੍ਹਨਾ ਚਾਹੁੰਦਾ, ਉੱਚੀ ਵਿੱਦਿਆ ਲੈਣਾ ਚਾਹੁੰਦਾ, ਕੁਛ ਨਹੀਂ ਜਾਂਦਾ ਜੇ ਅਸੀਂ ਉਹਦੀ 1-2 ਸਾਲ ਦੀ ਫੀਸ ਭਰ ਦਾਂਗੇ। ਸਾਰੀ ਉਮਰ ਉਹ ਬੱਚਾ ਮੌਜ ਵੀ ਕਰੂਗਾ ਤੇ ਤੁਹਾਡੇ ਗੁਣ ਵੀ ਗਾਊਗਾ ਤੇ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕੋਈ ਚੰਗਾ ਕੰਮ ਕਰੂਗਾ। ਮੈਂ ਚਾਹੁੰਦੀ ਹਾਂ ਵੀ ਮੰਮੀ ਮੇਰੇ ਕਹਿੰਦੇ ਹੁੰਦੇ ਸੀ ਵੀ ਬੱਤੀ ਨਾਲ ਹੀ ਬੱਤੀ ਜਗਦੀ ਆ ਅੱਗੇ। ਮਤਲਬ ਜੇ ਅਸੀਂ ਚੰਗਾ ਕਿਸੇ ਨੂੰ ਅੱਗੇ ਕਿਸੇ ਲਈ ਕੁਛ ਕਰਾਂਗੇ ਤਾਂ ਉਹ ਅੱਗੇ ਕਰਾਂਗੇ, ਵੀ ਇਹੀ ਅੱਗੇ ਦੀ ਅੱਗੇ ਉਪਜਦੀ ਰਵੇ, ਚਲਦੀ ਰਵੇ ਚੇਨ। ਮੈਮ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਤੁਹਾਡਾ ਵੀ। ਮੈਂ ਅੱਜ ਤੁਹਾਡੇ ਨਾਲ ਦੇ ਸਹਾਰੇ ਆਪਣੇ ਦਰਸ਼ਕਾਂ ਨਾਲ ਰੂਬਰੂ ਹੋਈ ਤੇ ਮੈਨੂੰ ਵੀ ਇਸ ਚੀਜ਼ ਨਾਲ ਹੌਸਲਾ ਮਿਲੂਗਾ, ਅੱਗੇ ਤੋਂ ਹੋਰ ਮਿਹਨਤ ਕਰਾਂਗੇ। ਸ਼ੁਕਰੀਆ ਜੀ। ਵਾਕਈ ਹੀ ਦੋਸਤੋ, ਸਾਹਿਤ ਇੱਕ ਅਜਿਹੀ ਵਿਧਾ ਕਹਿ ਲਓ, ਵੰਨਗੀ ਕਹਿ ਲਓ, ਜਾਂ ਸਾਡੇ ਸਮਾਜ ਦਾ ਹਿੱਸਾ ਕਹਿ ਲਓ ਕਿ ਜੋ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਖੂਬਸੂਰਤ ਮੋੜ ਲੈ ਕੇ ਆਉਂਦਾ ਹੈ। ਕਿਉਂਕਿ ਸਾਹਿਤ, ਜਿਵੇਂ ਮੈਡਮ ਨੇ ਦੱਸਿਆ ਹੈ, ਜਜ਼ਬਾਤਾਂ ਵਿੱਚੋਂ ਨਿਕਲਿਆ ਹੁੰਦਾ ਹੈ। ਸਾਡੇ ਜਜ਼ਬਾਤਾਂ ਤੱਕ ਉਸਦੀ ਪਹੁੰਚ ਹੁੰਦੀ ਹੈ ਤੇ ਇਹ ਜਜ਼ਬਾਤ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਦਿੰਦੇ ਨੇ। ਬਹੁਤ ਸਾਰੀਆਂ ਚੀਜ਼ਾਂ ਜਾਂ ਬਹੁਤ ਸਾਰੀਆਂ ਕਹਾਣੀਆਂ ਦੇ ਵਿੱਚ ਅਸੀਂ ਦੇਖਿਆ ਹੋਏਗਾ ਕਿ ਕਈ ਵਾਰੀ ਕੋਈ ਇੱਕ ਕਹਾਣੀ, ਕੋਈ ਇੱਕ ਕਵਿਤਾ ਜੋ
ਹੈ ਇਨਸਾਨ ਦੇ ਦਿਲ ਨੂੰ ਬਦਲ ਕੇ ਰੱਖ ਦਿੰਦੀ ਹੈ। ਇਸ ਲਈ ਮੈਡਮ ਦੀ ਵੀ ਇਹੀ ਇੱਛਾ ਹੈ ਕਿ ਉਹ ਆਪਣੇ ਸਾਹਿਤ ਦੇ ਰਾਹੀਂ ਸਮਾਜ ਦੇ ਵਿੱਚ ਜੋ ਵਿਤਕਰਾ ਹੈ, ਕਾਨੀ ਵੰਡ ਹੈ, ਉਸ ਨੂੰ ਦੂਰ ਕਰਨਾ ਚਾਹੁੰਦੇ ਨੇ ਤਾਂ ਜੋ ਇਹ ਸਮਾਜ ਜਿਹੜਾ ਹੈ ਬਹੁਤ ਹੀ ਸੋਹਣਾ ਬਣ ਜਾਵੇ। ਅਸੀਂ ਚਾਹੁੰਦੇ ਹਾਂ ਕਿ ਮੈਡਮ ਹਮੇਸ਼ਾ ਤਰੱਕੀਆਂ ਕਰਨ। ਫਿਰ ਮਿਲਾਂਗੇ, ਅੱਜ ਦੇ ਲਈ ਇੰਨਾ ਹੀ। ਧੰਨਵਾਦ।